ਨਹੀਂ, ਇਹਨਾਂ ਨੂੰ ਈਵਨ ਜਿਹੜਾ ਵੈਟੀਕਨ ਸਿਟੀ ਹੈਗੀ ਹੈ, ਪੌਪ ਜਿਹੜਾ ਹੈਗਾ ਉਹਦੇ ਆਫੀਸ਼ੀਅਲ ਇਹ ਸਟੇਟਮੈਂਟ ਹੈ ਕਿ ਇਹ ਸਾਰਾ ਪਖੰਡ ਹੈ, ਇਹ ਨਹੀਂ ਹੋਣਾ ਚਾਹੀਦਾ। ਇੱਥੇ ਸਰੇਆਮ ਹੁੰਦਾ ਪਿਆ, ਇੱਥੇ ਮੁਰਦੇ ਜਿੰਦੇ ਹੋ ਰਹੇ ਨੇ, ਇੱਥੇ ਕੈਂਸਰ ਠੀਕ ਹੋ ਰਿਹਾ, ਇੱਥੇ ਡਰਾਮੇ ਪੂਰੇ ਪਖੰਡਵਾਦ ਜਿਹੜਾ ਹੈਗਾ ਉਹ ਸਿਖਰਾਂ ਤੇ ਪਹੁੰਚਿਆ ਹੋਇਆ। ਜਿਹੜੇ ਈਸਾਈ ਭਾਈਚਾਰੇ ਦੇ ਲੋਕ ਆ ਉਹ ਹੁਣ ਸਾਡੇ ਧਰਮ ਦੇ ਉੱਤੇ ਵੀ ਚੋਟ ਕਰਨ ਲੱਗੇ। ਉਹ ਕਹਿੰਦੇ ਜੀ ਤੁਸੀਂ ਉੱਥੇ ਜਾਓ ਜੀ, ਸਰੋਵਰਾਂ ਦੇ ਵਿੱਚ ਨਹਾਉਂਦੇ ਹੋ, ਉਦੋਂ ਤਾਂ ਜੇ ਕੋਈ ਅੱਖਾਂ ਆ ਗਈਆਂ ਤਾਂ ਉਦੋਂ ਤੁਸੀਂ ਕਹਿ ਦਿੰਦੇ ਹੋ ਵੀ ਠੀਕ ਹੈ ਇਹ, ਤੇ ਤੁਹਾਡੇ ਬੰਦੇ ਕਹਿੰਦੇ ਤੁਸੀਂ ਆਪਣੇ ਬੰਦੇ ਸਾਂਭੋ। ਜੇ ਕੋਈ ਨਿੱਕੂ ਵਰਗਾ ਕਹਿੰਦੇ ਉੱਥੇ ਚਲੇ ਜਾਂਦਾ ਹੋਰ ਧਰਮ ਦੇ ਲੋਕਾਂ ਕੋਲ, ਉਦੋਂ ਤੁਸੀਂ ਕਹਿੰਦੇ ਵੀ ਹਮਦਰਦੀ, ਵੀ ਨਿੱਕੂ ਨੂੰ ਨਾ ਗਲਤ ਬੋਲੋ ਜੀ, ਇਹਦੀ ਤਾਂ ਮਜਬੂਰੀ ਸੀ। ਉਦੋਂ ਫਿਰ ਔਰ ਹਰਿਮੰਦਰ ਸਾਹਿਬ ਦੇ ਬਾਹਰ ਖੜਾ ਹੋ ਕੇ ਬੋਲ ਰਿਹਾ, ਸਮਾਈਲ ਕਰਦਾ ਹੋਇਆ ਕਿ ਮੈਨੂੰ ਤਾਂ ਉਸ ਬਾਬੇ ਦੇ ਵਿੱਚ ਵੀ ਵਾਹਿਗੁਰੂ ਨਜ਼ਰ ਆ ਰਿਹਾ ਸੀ। ਫਿਰ ਹਵਾਲਾ ਗੁਰਬਾਣੀ ਦਾ ਦੇ ਰਿਹਾ ਕਿ ਗੁਰਬਾਣੀ ਦੇ ਅੰਦਰ ਹੈ ਕਿ ਬਈ ਕਣ ਕਣ ਵਿੱਚ ਪਰਮਾਤਮਾ ਵਸਦਾ ਤੇ ਉਹਦੇ ਵਿੱਚ ਵੀ ਪਰਮਾਤਮਾ ਵਸਦਾ। ਵਾਹਿਗੁਰੂ ਪਖੰਡ ਵਿੱਚ ਥੋੜ੍ਹੀ ਹੈ। ਇੱਕ ਫਿਰ ਰੇਪਿਸਟ ਵਿੱਚ ਵੀ ਹੈਗਾ। ਫਿਰ ਤਾਂ ਆਪਾਂ ਇਹ ਵੀ ਮੰਨ ਲਈਏ ਕਿ ਜਿਹੜਾ 3-3 ਸਾਲ ਦੇ ਬੱਚਿਆਂ ਦੇ ਰੇਪ ਹੁੰਦੇ ਪਏ ਵਾਹਿਗੁਰੂ ਕਰ ਰਿਹਾ। ਇਹ ਇੱਕ ਨੰਬਰ ਦਾ ਅਯਾਸ਼ ਬੰਦਾ। ਅਯਾਸ਼ ਕਿਵੇਂ ਕਹਿ ਸਕਦੇ ਤੁਸੀਂ? ਮੈਂ ਉਮੀਦ ਕਰਾਂਗਾ ਕਿ ਬਈ ਨਿੱਕੂ ਇਹ ਵਾਲਾ ਪ੍ਰੋਗਰਾਮ ਵੇਖੇ। ਗੁੜਗਾਵਾਂ ਤੋਂ ਅੱਗੇ ਮਾਨੇਸਰ ਜਗ੍ਹਾ ਹੈਗੀ, ਮਾਨੇਸਰ ਦੇ ਵਿੱਚ ਇੱਕ ਸਕੂਲ ਦੀ ਬੱਚੀ ਦੇ ਨਾਲ ਹੋਟਲ ਦੇ ਵਿੱਚੋਂ ਫੜਿਆ ਗਿਆ ਸੀਗਾ। ਜਾਟਾਂ ਦੀ ਕੁੜੀ ਸੀਗੀ, ਜਾਟਾਂ ਨੇ ਇਹਦੇ ਟੁਕੜੇ ਕਰ ਦੇਣੇ ਸੀਗੇ ਉਸ ਦਿਨ। ਸੂਟੇਬਾਜ਼ ਆਦਮੀ ਹੈ, ਸਿਗਰਟਾਂ ਪੀਣ ਵਾਲਾ, ਪੱਗ ਬੰਨ੍ਹ ਕੇ ਸਿਗਰਟਾਂ ਪੀਂਦਾ। ਮੈਂ ਇਸ ਕਰਕੇ ਕਹਿ ਰਿਹਾ ਵੀ ਇਹ ਜੇ ਗੱਲਾਂ ਤੁਹਾਡੀਆਂ ਦੇ ਤੋਂ ਬਾਅਦ ਨਿੱਕੂ ਤੁਹਾਡੇ ਤੇ ਮਾਣਹਾਨੀ ਜਾਂ ਡੈਫਾਮੇਸ਼ਨ ਠੋਕੇ ਫੇਰ ਜੀ ਮੈਂ ਚਾਹੁੰਦਾ ਬਿਲਕੁਲ ਪਾਵੇ। ਅੱਜ ਹੀ ਕਿਉਂ ਤੁਸੀਂ ਇਹ ਨਾਮ ਸਾਰੇ ਗਿਣਾ ਰਹੇ ਹੋ? ਤੁਸੀਂ 3 ਸਾਲ ਪਹਿਲਾਂ ਕਿਉਂ ਨਹੀਂ ਗਿਣਾਏ ਜੀ? ਜੇ ਪੰਜਾਬ ਨੂੰ ਅੱਗ ਹੀ ਲਾਣੀ ਯਾਰ, ਇੱਕੋ ਵਾਰ ਅੱਗ ਲਾ ਕੇ ਖਤਮ ਕਰ ਦਿਓ। ਕਿ ਜਿਹੜੇ ਲੋਕ ਇਸ ਨੂੰ ਸ਼ੋਅ ਦੇ ਰਹੇ ਆ ਉਹ ਆਪਣੀਆਂ ਧੀਆਂ ਦਾ ਵੀ ਜ਼ਰਾ ਧਿਆਨ ਰੱਖ ਲੈਣਾ। ਹੁਣੇ ਇੰਨਾ ਵੱਡਾ ਪਖੰਡ ਕਰਨ ਤੋਂ ਬਾਅਦ ਅਗਲਾ ਗਾਣਾ ਦੇਖਿਓ ਸਰਦਾਰੀ ਤੇ ਹੀ ਆਣਾ ਕਿ ਮੈਂ ਉੱਥੇ ਗਿਆ, ਉੱਥੇ ਤੇ ਮੈਨੂੰ ਬਾਬੇ ਦੇ ਵਿੱਚ ਰੱਬ ਨਜ਼ਰ ਆ ਰਿਹਾ ਸੀਗਾ, ਵਾਹਿਗੁਰੂ ਨਜ਼ਰ ਆ ਰਿਹਾ ਸੀ। ਉੱਥੇ ਇੱਕ ਬੰਦੇ ਵਿੱਚ ਮੈਨੂੰ ਵਾਹਿਗੁਰੂ ਨਜ਼ਰ ਆ ਰਿਹਾ ਸੀ। ਤੈਨੂੰ ਉੱਥੇ ਪਖੰਡ ਨਜ਼ਰ ਨਹੀਂ ਆ ਰਿਹਾ ਸੀ? ਮੁਰਦੇ ਹੀ ਜਿੰਦੇ ਕਰਤੇ ਯਾਰ। ਹੁਣ ਗੱਲ ਹੀ ਇਹ ਤੋਂ ਬਾਅਦ ਕੀ ਕਰ ਲਈਏ? ਜੇ ਮੁਰਦੇ ਹੀ ਜਿੰਦੇ ਹੋ ਜਾਂਦੇ ਆ ਤਾਂ ਫਿਰ ਤਾਂ ਰੱਬ ਹੈ। ਜੇ ਇਹਨਾਂ ਬਾਬਿਆਂ ਦੇ ਕੋਲ ਕੋਈ ਸ਼ਕਤੀਆਂ ਹੈਗੀਆਂ, ਹਿੰਦੁਸਤਾਨ ਦੀ ਗਰੀਬੀ ਖਤਮ ਕਰ ਦੇਣਾ। ਇਹਨਾਂ ਬਾਬਿਆਂ ਕੋਲ ਸ਼ਕਤੀ ਹੈਗੀ ਡਾਲਰ ਥੱਲੇ ਲੈਣ। ਤੂੰ ਬੋਲਿਆ ਸੀਗਾ 24 ਘੰਟੇ 'ਚ ਇਨਸਾਫ ਹੁੰਦਾ, ਤੇਰਾ ਲਾਲਾ ਵੀ ਬੋਲ ਗਿਆ ਸੀ। ਤੈਨੂੰ ਅਸੀਂ ਹੁਣ 24 ਦਿਨ ਦਾ, 25 ਦਿਨ ਦਾ, ਮਹੀਨੇ ਤੈਨੂੰ ਟਾਈਮ ਦਿੰਦੇ ਆ। ਤੂੰ ਇਨਸਾਫ ਕਰ ਦੇ। ਨਹੀਂ ਕਰਦਾ ਤੇ ਅਸੀਂ ਕੌਮ ਨੂੰ ਬੋਲਦੇ ਹਾਂ ਕਿ ਭਗਵੰਤ ਮਾਨ ਹੀ ਇਸ ਦਾ ਜ਼ਿੰਮੇਵਾਰ ਹੈ। ਮੋਰਚਾ ਲੱਗਿਆ, ਸਾਰੇ ਸਿੰਗਰ ਹੋ ਗਏ ਜੀ, ਉੱਥੇ ਚਲੇ ਗਏ, ਸਾਰੇ ਦਿੱਲੀ ਚਲੇ ਗਏ ਸੀਗੇ। ਕਿ ਫਿਰ ਇਹਨੂੰ ਇਹ ਸਮਝੀਏ ਵੀ ਜੱਟ ਇਹਨਾਂ ਦੇ ਪ੍ਰੋਗਰਾਮ ਲਵਾਉਂਦੇ ਆ, ਉਹ ਪ੍ਰੋਗਰਾਮ ਨਾਲ ਖੁਸ਼ ਜਾਣ, ਸਿਰਫ ਆਪਣੇ ਸਵਾਰਥ ਲਈ ਗਏ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮੁੱਦਾ ਕਿਸਾਨੀ ਮੁੱਦੇ ਨਾਲੋਂ ਛੋਟਾ ਹੈ। ਇਨੀ ਦਿਨੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਧਰਮ ਪਰਿਵਰਤਨ ਦਾ ਮਸਲਾ ਕਾਫੀ ਜ਼ਿਆਦਾ ਗੰਭੀਰ ਹੋਇਆ ਬਣਿਆ ਹੈ। ਬਹੁਤ ਸਾਰੀਆਂ ਬਿਆਨਬਾਜ਼ੀਆਂ ਇਸ ਮਾਮਲੇ ਦੇ ਉੱਤੇ ਆ ਰਹੀਆਂ ਅਤੇ ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਬਾਈ ਦਲਜੀਤ ਸਿੰਘ ਕਲਸੀ ਸਾਹਿਬ ਹਾਜ਼ਰ ਨੇ। ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਬਾਈ ਕਿਵੇਂ ਵੇਖਦੇ ਹੋ? ਹਾਲਾਤ ਬੜੇ ਗੰਭੀਰ ਹੈ। ਦੋ ਧਰਮਾਂ ਦੇ ਲੋਕ ਆਪਸ ਦੇ ਵਿੱਚ ਇੰਨੇ ਜ਼ਿਆਦਾ ਮਤਲਬ ਕਿ ਗੰਭੀਰ ਮਸਲਾ, ਇੱਥੋਂ ਤੱਕ ਕਿ ਬਹੁਤ ਲੋਕ ਤਾਂ ਇਹ ਕਹਿੰਦੇ ਆ ਵੀ ਇਹਨੂੰ ਸੰਭਾਲ ਲਓ, ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਨਿਰੰਕਾਰੀ ਕਾਂਡ ਵਾਂਗੂ ਯਾਦ ਨਾ ਕਰਨਾ ਪਏ। ਪੰਜਾਬ ਦਾ ਨਾ ਭਾਜੀ ਸਮੱਸਿਆ ਜਿਹੜੀ ਹੈਗੀ, ਜਿੰਨੇ ਆਪਣੇ ਖਾੜਕੂ ਹੋਏ, ਸੰਤ ਜਰਨੈਲ ਸਿੰਘ ਜੀ ਹੋਏ, ਹੁਣ ਤੱਕ ਜਿਹੜੇ ਬੰਦੇ ਆਪਣੇ ਦੀਪ ਸਿੱਧੂ ਭਾਜੀ ਹੋ ਗਏ, ਸਿੱਧੂ ਮੂਸੇਵਾਲਾ ਹੋ ਗਿਆ, ਇਹਨਾਂ ਪੰਜਾਬ 2 ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਉਹ ਲੋਕ ਨੇ ਜਿਹੜੇ ਪੰਜਾਬ ਪੱਖੀ ਨੇ, ਸਿੱਖੀ ਪੱਖੀ ਨੇ, ਔਰ ਇੱਕ ਉਹ ਲੋਕ ਨੇ ਜੋ ਪੰਜਾਬ ਵਿਰੋਧੀ ਨੇ ਔਰ ਸਿੱਖੀ ਵਿਰੋਧੀ ਨੇ। ਲੜਾਈ ਸਾਰੀ ਇਹਨਾਂ ਦੀ ਹੈ। ਆ ਜਿਹੜੀ ਦੂਜੀ ਧਿਰ ਹੈ, ਜਿਹੜੀ ਸਿੱਖ ਵਿਰੋਧੀ ਹੈ, ਉਹ ਕੁਛ ਨਾ ਕੁਛ ਕਰਕੇ ਜਿਹੜਾ ਹੈਗਾ ਉਹ ਇਹ ਪ੍ਰੋਬਲਮ ਖੜੀ ਕਰੀ ਰੱਖਿਆ ਜਾਣਾ ਚਾਹੁੰਦੇ ਆ। ਭਾਵੇਂ ਕੋਈ ਵੀ ਹੋ, ਭਾਵੇਂ ਡੇਰਾਵਾਦ ਹੋਵੇ, ਭਾਵੇਂ ਨਸ਼ੇ ਹੋਣ। ਕਿਹੜੇ ਲੋਕ ਨੂੰ ਗਿਣਦੇ ਹੋ ਤੁਸੀਂ ਸਿੱਖ ਵਿਰੋਧੀ 'ਚ? ਜਿੰਨੇ ਵੀ ਨੇ ਕਾਮਰੇਡ ਜਿੰਨੇ ਵੀ ਹੈਗੇ ਨੇ, ਜਾਂ ਜਿਹੜੇ ਪੰਜਾਬ ਦੇ, ਜਿੱਦਾਂ ਹੁਣੇ ਅੰਮ੍ਰਿਤਪਾਲ ਭਾਜੀ ਬੋਲ ਰਹੇ ਸੀਗੇ ਕਿ ਈਸਾਈ ਜਿੱਦਾਂ ਇੰਨਾ ਕੁਛ ਇੱਥੇ ਕਰਦੇ ਪਏ ਨੇ, ਕਦੀ ਉਹਨਾਂ ਨੇ ਪੰਜਾਬ ਦੇ ਹੱਕ ਦੀ ਤਾਂ ਗੱਲ ਨਹੀਂ ਕੀਤੀ। ਈਸਾਈਅਤ
ਪੈਸੇ ਦੇ ਲਾ ਕੇ, ਪੈਸੇ ਦਾ ਲਾਲਚ ਦੇ ਕੇ ਔਰੰਗਜ਼ੇਬ ਤਲਵਾਰ ਦੇ ਜ਼ੋਰ ਤੇ ਇਸਲਾਮ ਵਧਾਉਣਾ ਚਾਹੁੰਦਾ ਸੀਗਾ, ਇਹ ਪੈਸੇ ਦੇ ਜ਼ੋਰ ਤੇ ਕਰ ਰਿਹਾ, ਹਥਿਆਰ ਬਦਲਿਆ, ਨੀਅਤ ਤਾਂ ਸੇਮ ਹੈ ਦੋਨਾਂ ਦੀ। ਇਹਨਾਂ ਨੂੰ ਫਿਰ ਅਸੀਂ ਈਸਾਈ ਕਿਵੇਂ ਕਹਿ ਲਈਏ? ਜਿਵੇਂ ਸਿੱਖਾਂ ਦੇ ਵਿੱਚ ਬਹੁਤ ਸਾਰੇ ਸਿੱਖ ਗਲਤ ਹੁੰਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਵੀ ਸਿੱਖੀ ਦੇ ਰੂਪ ਦੇ ਵਿੱਚ ਪਖੰਡੀ ਲੋਕ ਨੇ, ਤਾਂ ਉਸੇ ਤਰ੍ਹਾਂ ਈਸਾਈ ਜਦੋਂ ਆਪਾਂ ਦੇਖਦੇ ਹਾਂ ਕ੍ਰਿਸਚਨਾਂ ਦੇ ਜਦੋਂ ਆਪਾਂ ਹੋਰ ਵੀ ਜਾਂਦੇ ਹਾਂ ਤਾਂ ਬਹੁਤ ਥਾਵਾਂ ਦੇ ਉੱਤੇ ਪਾਸਟਰ ਜਿਹੜੇ ਹੈਗੇ ਉਹ ਇਹਨਾਂ ਨੂੰ ਮਨਮਤ ਮੰਨਦੇ ਆ, ਪਖੰਡ ਮੰਨਦੇ ਆ, ਤੇ ਫਿਰ ਇਹਨਾਂ ਨੂੰ ਈਸਾਈ ਆਪਾਂ ਮੰਨੀਏ ਜੀ, ਜਾਂ ਇਹ ਤਾਕਤਾਂ ਜਾਣਬੁੱਝ ਕੇ ਛੱਡੀਆਂ ਗਈਆਂ ਮੰਨੀਏ? ਨਹੀਂ, ਇਹਨਾਂ ਨੂੰ ਈਵਨ ਜਿਹੜਾ ਵੈਟੀਕਨ ਸਿਟੀ ਹੈਗੀ ਹੈ, ਪੌਪ ਜਿਹੜਾ ਹੈਗਾ, ਉਹਦੇ ਆਫੀਸ਼ੀਅਲ ਇਹ ਸਟੇਟਮੈਂਟ ਹੈ ਕਿ ਇਹ ਸਾਰਾ ਪਖੰਡ ਹੈ, ਇਹ ਨਹੀਂ ਹੋਣਾ ਚਾਹੀਦਾ। ਉਸ ਦੇ ਕਹੇ ਦੇ ਬਾਵਜੂਦ ਵੀ ਇਹ ਪਖੰਡ ਹੋ ਰਿਹਾ, ਮੁਰਦੇ ਜਿੰਦੇ ਹੋ ਜਾਂਦੇ ਆ, ਲੋਕਾਂ ਦੇ ਅੰਦਰ ਪਤਾ ਨਹੀਂ ਭੂਤ ਪ੍ਰੇਤ ਜਾ ਆ ਜਾਂਦਾ, ਉਹ ਚੀਕਾਂ ਮਾਰਦੇ ਨੇ, ਉਹਨਾਂ ਨੂੰ ਟ੍ਰੇਨਿੰਗ ਮਿਲਣ ਦੇ ਵੀ ਵੀਡੀਓਜ਼ ਪਏ ਹੋਏ ਨੇ। ਇਹ ਅਸੀਂ ਜਾਣਦੇ ਹਾਂ ਪਖੰਡ ਹੈ, ਇੱਕ ਛੋਟੇ ਬੱਚੇ ਨੂੰ ਵੀ ਪਤਾ ਹੈ ਕਿ ਇਹ ਪਖੰਡ ਹੈ। ਤੇ ਇਹ ਈਸਾਈ ਕਿੱਦਾਂ ਹੋ ਸਕਦੇ ਆ? ਇਹ ਇੱਕ ਗਲਤ ਨੀਅਤ ਦੇ ਨਾਲ, ਜੋ ਸਿੱਖ ਵਿਰੋਧੀ ਆਪਾਂ ਜਿੱਦਾਂ ਗੱਲ ਕਰਦੇ ਆ, ਜਿਹੜੇ ਦੂਜੇ ਜਗ੍ਹਾ ਦੇ ਉੱਤੇ ਹਰਿਆਣੇ ਵਿੱਚ ਤੁਸੀਂ ਆ ਕਰਾ ਕੇ ਦਿਖਾਓ ਨਾ, ਅਗਲੇ ਮਾਰਦੇ ਡਾਂਗਾ ਸਿਰ ਤੇ, ਤੁਸੀਂ ਕਰੋ ਦੂਜੇ ਜਗ੍ਹਾ ਦੇ ਉੱਤੇ ਕਿੱਦਾਂ ਉਹਨਾਂ ਨੇ ਕੰਟਰੋਲ ਕੀਤੇ ਹੋਏ ਨੇ ਸਾਰਿਆਂ ਨੇ, ਤੁਸੀਂ ਯੂਪੀ 'ਚ ਕਰਕੇ ਦਿਖਾਓ। ਲੇਕਿਨ ਇੱਥੇ ਕੋਈ ਰੋਕਣ ਵਾਲਾ ਹੀ ਨਹੀਂ ਹੈਗਾ। ਇੱਥੇ ਸਰੇਆਮ ਹੁੰਦਾ ਪਿਆ, ਇੱਥੇ ਮੁਰਦੇ ਜਿੰਦੇ ਹੋ ਰਹੇ ਨੇ, ਇੱਥੇ ਕੈਂਸਰ ਠੀਕ ਹੋ ਰਿਹਾ, ਇੱਥੇ ਡਰਾਮੇ, ਪੂਰੇ ਪਖੰਡਵਾਦ ਜਿਹੜਾ ਹੈਗਾ ਉਹ ਸਿਖਰਾਂ 'ਤੇ ਪਹੁੰਚਿਆ ਹੋਇਆ। ਯੂਪੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਸਖਤੀ ਹੈ ਇਹਨਾਂ ਲੋਕਾਂ ਦੇ ਉੱਤੇ, ਪਰ ਆਪਣੇ ਮਾਨ ਸਰਕਾਰ ਤਾਂ ਬਿਲਕੁਲ ਇਹਦੇ ਵਿੱਚ ਸਪਸ਼ਟ ਹੈ ਵੀ ਧਰਮਾਂ ਦੇ ਨੂੰ ਲੈ ਕੇ ਜਿਹੜੀ ਲੜਾਈ ਹੋਈ ਹੈ, ਜਾਂ ਇਹਦੇ ਵਿੱਚ ਕੁਝ ਲੋਕ ਗੁੰਡਾਗਰਦੀ ਕਰ ਰਹੇ ਨੇ, ਉਹ ਤਾਂ ਗੁੰਡਾਗਰਦੀ ਸ਼ਬਦ ਵਰਤ ਰਹੇ ਨੇ ਵੀ ਨਹੀਂ ਹੋਣ ਦਿੱਤੀ ਜਾਊਗੀ, ਵੀ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਧਰਮ ਦੇ ਵਿੱਚ ਜਿਉਣ ਦਾ ਹੱਕ ਹੈ, ਤੇ ਉਹ ਤਾਂ ਇਹਨੂੰ ਧਰਮ ਮੰਨਦੇ ਨੇ। ਨਹੀਂ, ਧਰਮ ਨਹੀਂ ਹੈ ਉਹ ਤਾਂ ਸਭ ਨੂੰ, ਸਾਨੂੰ ਪਤਾ ਹੀ ਹੈ ਕਿ ਆਹ ਪਾਖੰਡ ਹੈ। ਜਦੋਂ ਧਰਮ ਹੁੰਦਾ ਤਾਂ ਫਿਰ ਪੋਪ ਨੇ ਨਾ ਬੋਲਿਆ ਹੁੰਦਾ ਨਾ, ਪੋਪ ਨੇ ਖੁਦ ਹੀ ਜਦੋਂ ਇਹ ਬੋਲ ਦਿੱਤਾ ਕਿ ਇਹ ਪਾਖੰਡ ਹੈ, ਇਹ ਨਹੀਂ ਹੋਣਾ ਚਾਹੀਦਾ, ਇਹ ਚੀਜ਼ਾਂ ਰੁਕੀਆਂ ਹੋਈਆਂ, ਪ੍ਰੋਹਿਬਿਟਡ ਚੀਜ਼ਾਂ ਹੈਗੀਆਂ, ਇਹ ਕਾਨੂੰਨਨ ਵੀ ਇਹ ਪ੍ਰੋਹਿਬਿਟਡ ਹੈਗੀਆਂ, ਉਸ ਦੇ ਬਾਵਜੂਦ ਇਹ ਚੀਜ਼ਾਂ ਹੁੰਦੀਆਂ ਪਈਆਂ। ਕਿਉਂ? ਕਿਉਂਕਿ ਸਿੱਖੀ ਨੂੰ ਖਤਮ ਕਰਨਾ, ਸਿੱਖੀ ਨੂੰ, ਜਿਹੜੇ ਸਿੱਖਾਂ ਨੂੰ ਆਪਾਂ ਪਹਿਲਾਂ ਈਸਾਈ ਬਣਾ ਦਾਂਗੇ, ਈਸਾਈਆਂ ਤੋਂ ਫਿਰ ਉਹਨਾਂ ਨੂੰ ਦੂਜੀ ਤਰਫ ਮੋੜ ਸਕਦੇ ਹਾਂ ਆਪਾਂ। ਬਾਈ ਉਹ ਤਾਂ ਲਗਾਤਾਰ ਇਹ ਵੀ ਜਿਹੜੇ ਈਸਾਈ ਭਾਈਚਾਰੇ ਦੇ ਲੋਕ ਆ ਉਹ ਹੁਣ ਸਾਡੇ ਧਰਮ ਦੇ ਉੱਤੇ ਵੀ ਚੋਟ ਕਰਨ ਲੱਗੇ। ਉਹ ਕਹਿੰਦੇ ਜੀ ਤੁਸੀਂ ਉੱਥੇ ਜਾਓ ਜੀ, ਸਰੋਵਰਾਂ ਦੇ ਵਿੱਚ ਨਹਾਉਂਦੇ ਹੋ, ਉਦੋਂ ਤਾਂ ਜੇ ਕੋਈ ਅੱਖਾਂ ਆ ਗਈਆਂ ਤਾਂ ਉਦੋਂ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਇਹ, ਤੇ ਤੁਹਾਡੇ ਬੰਦੇ ਕਹਿੰਦੇ ਤੁਸੀਂ ਆਪਣੇ ਬੰਦੇ ਸਾਂਭੋ। ਜੇ ਕੋਈ ਨਿੱਕੂ ਵਰਗਾ ਕਹਿੰਦੇ ਉੱਥੇ ਚਲੇ ਜਾਂਦਾ ਹੋਰ ਧਰਮ ਦੇ ਲੋਕਾਂ ਕੋਲ, ਉਦੋਂ ਤੁਸੀਂ ਕਹਿੰਦੇ ਵੀ ਹਮਦਰਦੀ, ਵੀ ਨਿੱਕੂ ਨੂੰ ਨਾ ਗਲਤ ਬੋਲੋ ਜੀ, ਇਹਦੀ ਤਾਂ ਮਜਬੂਰੀ ਸੀ। ਉਦੋਂ ਫਿਰ ਨਹੀਂ, ਨਿੱਕੂ ਨੂੰ ਤਾਂ ਮੈਂ ਪਹਿਲਾਂ ਵੀ ਮੈਂ ਬੋਲਿਆ ਕਿ ਉਹਨੇ ਤੇ ਬਹੁਤ ਵੱਡਾ, ਉਹਦੇ ਵਿੱਚ ਔਰ ਔਰੰਗਜ਼ੇਬ ਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ। ਨਿੱਕੂ ਨੂੰ ਪਹਿਲਾਂ ਵੀ ਜਦੋਂ ਮੈਂ ਪਹਿਲਾਂ ਇੱਕ ਵੀਡੀਓ ਪਾਇਆ ਤੇ ਉਹਨੇ, ਮੈਨੂੰ ਲੱਗਿਆ ਕਿ ਇਸ ਨੂੰ ਪਖੰਡਵਾਦ ਤੋਂ ਅਕਲ ਆ ਜਾਏਗੀ, ਪਖੰਡਵਾਦ ਦੇ ਖਿਲਾਫ ਬੋਲੇਗਾ, ਲੇਕਿਨ ਉਹਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਨਾ। ਉਹ ਇੱਕ ਸਵਰਨ ਟਹਿਣਾ ਦੇ ਚੈਨਲ ਦੇ ਉੱਤੇ ਬਹਿ ਕੇ ਮੈਂ ਪੂਰਾ ਇੰਟਰਵਿਊ ਦੇਖਦਾ ਰਿਹਾ ਕਿ ਸਵਰਨ ਟਹਿਣਾ ਹੀ ਕੋਈ ਸਿੱਧੀ ਗੱਲ ਕਰੇਗਾ ਕਿ ਬਈ ਤੁਸੀਂ ਪਖੰਡਵਾਦ ਨੂੰ ਪ੍ਰਮੋਟ ਕਰਦੇ ਹੋ ਜਾਂ ਨਹੀਂ, ਤੁਸੀਂ ਇਹ ਮੰਨਦੇ ਹੋ ਕਿ ਬਾਬਾ ਪਖੰਡੀ ਹੈ ਜਾਂ ਨਹੀਂ। ਉਹਨੇ ਸਿੱਧਾ ਕੋਈ ਸਵਾਲ ਨਹੀਂ ਕੀਤਾ। ਉਹਨੇ ਜਿਹੜੇ ਸਵਾਲ ਕੀਤੇ ਉਹ ਤੁਸੀਂ ਅਗਰ ਘੁਮਾ ਫਿਰਾ ਕੇ ਵੇਖੋ ਤਾਂ ਉਹ ਜਿਹੜੇ ਗਰੀਬ ਭੋਲੇ ਭਾਲੇ ਲੋਕ ਹੈਗੇ ਉਹਨਾਂ ਨੂੰ ਉਧਰ ਨੂੰ ਤੋਰਨ ਨੂੰ ਹੀ ਕੀਤਾ ਕਿ ਬਈ ਇਹ ਉਹ ਮਤਲਬ ਇੰਨੀ ਉਹਨੂੰ ਬੇਸ਼ਰਮ, ਨਿੱਕੂ ਇੰਨਾ ਬੇਸ਼ਰਮ ਇਨਸਾਨ ਹੈ ਕਿ ਹਰਿਮੰਦਰ ਸਾਹਿਬ ਗਿਆ, ਉੱਥੇ ਮੀਡੀਆ ਨੂੰ ਗੱਲ ਕਰਦਾ, ਮੀਡੀਆ ਉੱਥੇ ਕਿੱਦਾਂ ਉਹਨੇ ਆਪ ਹੀ ਅਰੇਂਜ ਕਰ ਲਿਆ ਹੋਣਾ, ਔਰ ਹਰਿਮੰਦਰ ਸਾਹਿਬ ਦੇ ਬਾਹਰ ਖੜਾ ਹੋ ਕੇ ਬੋਲ ਰਿਹਾ, ਸਮਾਈਲ ਕਰਦਾ ਹੋਇਆ ਕਿ ਮੈਨੂੰ ਤਾਂ ਉਸ ਬਾਬੇ ਦੇ ਵਿੱਚ ਵੀ ਵਾਹਿਗੁਰੂ ਨਜ਼ਰ ਆ ਰਿਹਾ ਸੀ। ਫਿਰ ਹਵਾਲਾ ਗੁਰਬਾਣੀ ਦਾ ਦੇ ਰਿਹਾ ਕਿ ਗੁਰਬਾਣੀ ਦੇ ਅੰਦਰ ਹੈ ਕਿ ਬਈ ਕਣ ਕਣ ਵਿੱਚ ਪਰਮਾਤਮਾ ਵਸਦਾ ਤੇ ਉਹਦੇ ਵਿੱਚ ਵੀ ਪਰਮਾਤਮਾ ਵਸਦਾ। ਇਹ ਆਮ ਬੰਦੇ ਨੂੰ ਉਧਰ ਨੂੰ ਧੱਕਿਆ ਜਾ ਰਿਹਾ। ਇਹ ਉਹਦੇ ਸ਼ਬਦਾਂ ਨੂੰ ਤੁਸੀਂ ਗਲਤ ਕਿਵੇਂ ਕਰਾਰ ਦਿੰਦੇ ਹੋ? ਨਹੀਂ, ਇਹ ਤਾਂ ਸ਼ਬਦ ਹੈ ਹੀ, ਜਦੋਂ ਹੈ ਹੀ ਪਖੰਡ, ਉਹਦੇ ਤੁਸੀਂ ਕਿੰਨੇ ਹੀ ਵੀਡੀਓ ਵੇਖ ਲਓ। ਕਣ ਕਣ ਦੇ ਵਿੱਚ ਵਾਹਿਗੁਰੂ ਵਾਲੀ ਗੱਲ ਵੀ ਕਹੀ ਜਾ ਰਿਹਾ ਜੀ। ਨਹੀਂ, ਜਦੋਂ ਵਾਹਿਗੁਰੂ ਪਖੰਡ ਵਿੱਚ ਥੋੜ੍ਹੀ ਹੈ, ਇੱਕ ਫਿਰ ਰੇਪਿਸਟ ਵਿੱਚ ਵੀ ਹੈਗਾ। ਫਿਰ ਤਾਂ ਆਪਾਂ ਇਹ ਵੀ ਮੰਨ ਲਈਏ ਕਿ ਜਿਹੜਾ 3-3 ਸਾਲ ਦੇ ਬੱਚਿਆਂ ਦੇ ਰੇਪ ਹੁੰਦੇ ਪਏ ਵਾਹਿਗੁਰੂ ਕਰ ਰਿਹਾ। ਆਪਾਂ ਉਹਨੂੰ ਇੱਕ ਪਖੰਡ ਦੇ ਵਿੱਚ ਕਿੱਦਾਂ ਆਪਾਂ ਉਹਨੂੰ ਜਸਟੀਫਾਈ ਕਰ ਸਕਦੇ ਹਾਂ? ਇਹ ਪੰਜਾਬ ਦੇ ਜਿਹੜੇ ਲੋਕ ਨੇ ਇੱਥੇ ਉਸ ਦਾ ਡੇਰਾ ਬਣਵਾਉਣ ਦੀ ਸ਼ਾਇਦ ਸ਼ੁਰੂਆਤ ਹੋ ਰਹੀ ਹੈ, ਜਾਂ ਉੱਥੇ ਹੋਰ ਕਿੰਨੇ ਵੀਡੀਓ ਆ ਗਏ। ਮੈਂ ਆਪਣੇ ਟਵਿੱਟਰ 'ਤੇ ਵੀ ਇੱਕ ਵੀਡੀਓ ਪਾਇਆ, ਇੱਕ ਚੰਗਾ ਬੜਾ ਸਿੱਖ ਬੰਦਾ ਹੈ ਜਿਸ ਦੀ ਉਹਨੇ ਕੇਸਰੀ ਸਾਫਾ ਬੰਨਿਆ ਹੋਇਆ ਤੇ ਬਾਬੇ ਨੂੰ ਕਹਿੰਦਾ ਜੀ ਆਪਕੋ ਛੂਣਾ ਥਾ, ਉਹ ਅੱਗੇ ਪੈਰ ਕਰ ਦਿੰਦਾ, ਐਵੇਂ ਉਹ ਪੈਰ ਕਰਦਾ, ਬੰਦਾ ਪੱਗ ਆਪਣੀ ਉਹਦੇ ਪੈਰਾਂ 'ਚ ਰੱਖਦਾ ਪਿਆ, ਉਹਦਾ ਪੈਰ ਚੁੰਮਦਾ ਪਿਆ। ਇੱਦਾਂ ਦੇ ਕਈ ਸਾਰੇ ਵੀਡੀਓ ਵਾਇਰਲ ਕੀਤੇ ਗਏ ਉਹ ਇਸੇ ਸਮੇਂ ਦੇ ਅੰਦਰ। ਇਹ ਨਿੱਕੂ ਨੂੰ ਨਹੀਂ ਦਿਖਦਾ? ਇਹ ਜਿਹੜੇ ਲੋਕ ਨਿੱਕੂ ਨੂੰ ਸ਼ੋਅ ਦੇ ਰਹੇ ਨੇ ਉਹਨਾਂ ਨੂੰ ਅਕਲ ਨਹੀਂ ਹੈਗੀ?
ਕਿ ਇਹਦੇ ਕੋਲੋਂ ਇੱਕ ਵਾਰੀ ਪੁੱਛ ਤੇ ਲਈਏ ਕਿ ਬਈ ਤੂੰ ਪਖੰਡ ਦਾ ਸਿੱਧੇ ਤੌਰ ਦੇ ਉੱਤੇ ਪਖੰਡ ਦੇ ਖਿਲਾਫ ਕਿਉਂ ਨਹੀਂ ਬੋਲਦਾ। ਇਹ ਇੱਕ ਨੰਬਰ ਦਾ ਅਯਾਸ਼ ਬੰਦਾ। ਆਸ਼ ਕਿਵੇਂ ਕਹਿ ਸਕਦੇ ਤੁਸੀਂ? ਅਸੀਂ ਮੈਂ ਉਮੀਦ ਕਰਾਂਗਾ ਕਿ ਬਈ ਨਿੱਕੂ ਇਹ ਵਾਲਾ ਪ੍ਰੋਗਰਾਮ ਵੇਖੇ। ਮਾਨੇਸਰ ਦੇ ਅੰਦਰ ਗੁੜਗਾਵਾਂ ਤੋਂ ਅੱਗੇ ਮਾਨੇਸਰ ਜਗ੍ਹਾ ਹੈਗੀ, ਮਾਨੇਸਰ ਦੇ ਵਿੱਚ ਇੱਕ ਸਕੂਲ ਦੀ ਬੱਚੀ ਦੇ ਨਾਲ ਹੋਟਲ ਦੇ ਵਿੱਚੋਂ ਫੜਿਆ ਗਿਆ ਸੀਗਾ ਤੇ ਦਿੱਲੀ ਦੇ ਬੰਦਿਆਂ ਨੇ ਛੁਡਾਇਆ ਸੀਗਾ, ਜਿਸ 'ਚ ਵੱਡੇ ਸਿੰਗਰ ਵੀ ਹੈਗੇ ਆ। ਔਰ ਉਸ ਨੂੰ ਕਿਤੇ ਭੁੱਲ ਗਿਆ ਹੋਵੇ ਤੇ ਨਿੱਕੂ ਉਹਨੂੰ ਮੈਂ ਯਾਦ ਦਿਲਾਦਾ, ਲੰਬੜਦਾਰ ਉਸ ਬੰਦੇ ਦਾ ਨਾਂ ਸੀ, ਮੈਂ ਪੂਰਾ ਨਾਮ ਨਹੀਂ ਲੈ ਰਿਹਾ। ਨਿੱਕੂ ਮੇਰੀ ਗੱਲ ਕੱਟ ਦੇਵੇ ਤੇ ਮੈਂ ਉਸ ਦਾ ਹੀ ਨਹੀਂ ਸਾਰਿਆਂ ਦਾ ਹੀ ਨਾਮ ਲੈ ਕੇ ਮੈਂ ਵੀਡੀਓ ਪਾ ਦਿੰਦਾ ਕਿ ਉਸ ਦਿਨ ਹੋਇਆ ਕੀ ਸੀਗਾ। ਜਾਟਾਂ ਦੀ ਕੁੜੀ ਸੀਗੀ, ਜਾਟਾਂ ਨੇ ਇਹਦੇ ਟੁਕੜੇ ਕਰ ਦੇਣੇ ਸੀਗੇ ਉਸ ਦਿਨ। ਇਹਨੂੰ ਇੰਨੀ ਸ਼ਰਮ, ਕਿਹੜੇ ਸੰਨ ਦੀ ਗੱਲ ਹੈ ਜੀ ਇਹ ਮੇਰੇ ਖਿਆਲ 3 ਸਾਲ ਹੋਇਆ। ਇਹਨੂੰ ਇੰਨੀ ਸ਼ਰਮ ਨਹੀਂ, ਸਕੂਲ ਦੀ ਬੱਚੀ ਦੇ ਨਾਲ ਫੜਿਆ ਗਿਆ ਸੀਗਾ ਉੱਥੇ, ਥਾਣੇ ਦੇ ਵਿੱਚੋਂ ਦੀ ਇਹਨੂੰ ਛੁਡਵਾਇਆ ਸੀ। ਸੂਟੇਬਾਜ਼ ਆਦਮੀ ਹੈ, ਸਿਗਰਟਾਂ ਪੀਣ ਵਾਲਾ, ਪੱਗ ਬੰਨ੍ਹ ਕੇ ਸਿਗਰਟਾਂ ਪੀਂਦਾ। ਥਾਣੇ ਦੇ ਵਿੱਚ ਉੱਥੇ ਫਿਰ ਕੋਈ ਲਿਖਤੀ ਹੋਇਆ ਹੋਊਗਾ? ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਵੀ ਇਹ ਜੇ ਗੱਲਾਂ ਤੁਹਾਡੀਆਂ ਦੇ ਤੋਂ ਬਾਅਦ ਨਿੱਕੂ ਤੁਹਾਡੇ ਤੇ ਮਾਣਹਾਨੀ ਦਾ ਡੈਫਾਮੇਸ਼ਨ ਠੋਕੇ ਫੇਰ ਜੀ। ਮੈਂ ਚਾਹੁੰਦਾ ਬਿਲਕੁਲ ਪਾਵੇ, ਬਿਲਕੁਲ ਪਾਵੇ ਜੇ ਮਾਣਹਾਨੀ ਦਾ ਦਾਵਾ। ਮੈਂ ਨਾਮ ਲੈ ਕੇ ਗੱਲ ਕਰ ਰਿਹਾ, ਲੰਬੜਦਾਰ ਨੇ ਇਹਨੂੰ ਉੱਥੋਂ ਦੀ ਛੁਡਵਾਇਆ ਸੀਗਾ। ਲੰਬੜਦਾਰ ਦਾ ਪੂਰਾ ਨਾਮ ਵੀ ਮੈਂ ਲਾ ਦਾਂਗਾ। ਤੁਸੀਂ ਵੀ ਸੀਗੇ ਉੱਥੇ ਫਿਰ? ਬਹੁਤ ਸਾਰੇ ਸੀਗੇ। ਲੰਬੜਦਾਰ ਗੁੜਗਾਵਾਂ ਦਾ ਇੱਕ ਤਗੜਾ ਬੰਦਾ ਭਰਾ ਹੈ ਆਪਣਾ, ਉਸ ਦਾ ਪੂਰਾ ਨਾਮ ਮੈਂ ਨਹੀਂ ਲੈ ਰਿਹਾ, ਅਗਲੇ ਵੀਡੀਓ 'ਚ ਪਾ ਦਾਂਗਾ। ਜੇ ਨਿੱਕੂ ਮੇਰੀ ਗੱਲ ਕੱਟ ਦੇਵੇ ਕਿ ਇੱਦਾਂ ਨਹੀਂ ਹੋਇਆ ਸੀਗਾ, ਮੈਂ ਪੂਰਿਆਂ ਦੇ ਨਾਮ, ਈਵਨ ਕੁੜੀ ਦੇ ਨਾਮ ਦੇ ਨਾਲ ਵੀ ਪਾ ਦਿਆਂਗਾ। ਫਿਰ ਅੱਜ ਹੀ ਕਿਉਂ ਤੁਸੀਂ ਇਹ ਨਾਮ ਸਾਰੇ ਗਿਣਾ ਰਹੇ ਹੋ? ਤੁਸੀਂ 3 ਸਾਲ ਪਹਿਲਾਂ ਕਿਉਂ ਨਹੀਂ ਗਿਣਾਏ ਜੀ? ਮੈਨੂੰ ਨਹੀਂ ਇਹ ਕੋਈ ਵੀ ਹੱਕ ਬਣਦਾ ਕਿ ਮੈਂ ਕਿਸੇ ਦੇ ਵੀ ਕਿਰਦਾਰ ਕੁਸ਼ੀ ਕਰਾਂ ਇਸ ਤਰ੍ਹਾਂ ਦੀ। ਅਗਰ ਕਿਸੇ ਦਾ ਕੋਈ ਢੱਕਿਆ ਹੋਇਆ ਢੱਕਿਆ ਰਵੇ। ਹੁਣ ਕਿਉਂ ਨੰਗਾ? ਹੁਣ ਅਗਰ ਉਹ ਪੂਰੇ ਪੰਜਾਬ ਨੂੰ ਹੀ ਮਾਰਨ ਤੇ ਆ ਗਿਆ, ਅਦੀਪ ਸਿੱਧੂ ਭਾਜੀ ਨੇ ਕਿਉਂ ਜਾਨ ਦਿੱਤੀ ਸੀਗੀ? ਗੱਲ ਪੰਜਾਬ ਦੀ ਸੀਗੀ ਨਾ। ਸਿੱਧੂ ਮੂਸੇਵਾਲਾ ਕਿਉਂ ਮਰ ਗਿਆ? ਕਿਉਂ ਉਸ ਦੀ ਆਪਾਂ ਜਾਨਾਂ ਲੈ ਰਹੇ? ਕਿਉਂ ਲੋਕਾਂ ਦੀਆਂ ਜਾਨਾਂ ਲੈਂਦੇ ਪਏ ਆ? ਜੇ ਪੰਜਾਬ ਨੂੰ ਅੱਗ ਹੀ ਲਾਣੀ ਯਾਰ, ਇੱਕੋ ਵਾਰ ਅੱਗ ਲਾ ਕੇ ਖਤਮ ਕਰ ਦਿਓ। ਇਹ ਪੰਜਾਬ ਖਾਤਰ ਹੀ ਬੋਲ ਰਹੇ ਹੋ ਤੁਸੀਂ ਸੱਚਮੁੱਚ, ਜਾਂ ਕਿਤੇ ਨਿੱਕੂ ਅਗਲੀ ਇੰਟਰਵਿਊ ਕਿਸੇ ਚੈਨਲ ਤੇ ਦੇ ਦੇ ਬਈ ਦਲਜੀਤ ਕਲਸੀ ਦੇ ਨਾਲ ਇੱਥੇ ਆ ਕੇ ਪੇ ਚੜਿਆ ਸੀਗਾ ਸਾਡਾ ਜੀ, ਇੱਥੇ ਪਰਸਨਲ ਹੋ ਗਏ? ਕਿਤੇ ਵੀ ਇਦਾਂ ਦੀ ਗੱਲ ਹੋਈ ਹੋਵੇ, ਮੈਂ ਜਿੰਨੀ ਵਾਰ ਵੀ ਮਿਲਿਆ, ਮੇਰੀ ਸਤਿ ਸ਼੍ਰੀ ਅਕਾਲ ਤੋਂ ਜ਼ਿਆਦਾ ਉਹਦੇ ਨਾਲ ਗੱਲ ਹੀ ਨਹੀਂ ਹੋਈ ਅੱਜ ਤੱਕ। ਪੇਚ ਉਹਦੇ ਨਾਲ ਮੇਰਾ ਕੋਈ ਅੜਨ ਵਾਲੀ ਗੱਲ ਹੀ ਕੋਈ ਨਹੀਂ ਹੈਗੀ। ਮੈਂ ਪਹਿਲੀ ਵਾਰ 'ਚ ਨਹੀਂ ਬੋਲਿਆ, ਲੇਕਿਨ ਜਦੋਂ ਉਹਨੇ ਦੂਜੀ ਵਾਰ ਵਿੱਚ ਵੀ ਲੋਕਾਂ ਨੂੰ ਬਰਗਲਾਉਣ ਦੀ ਕੋਸ਼ਿਸ਼ ਕੀਤੀ, ਦੂਜੀ ਵਾਰ ਵੀ ਉਹਨੇ ਪਖੰਡਵਾਦ ਨੂੰ ਹੋਰ ਵਧਾਵਾ ਦਿੱਤਾ, ਸਗੋਂ ਫਿਰ ਮੈਨੂੰ ਬੋਲਣਾ ਪੈ ਰਿਹਾ ਕਿ ਜਿਹੜੇ ਲੋਕ ਇਸ ਨੂੰ ਸ਼ੋਅ ਦੇ ਰਹੇ ਆ ਉਹ ਆਪਣੀਆਂ ਧੀਆਂ ਦਾ ਵੀ ਜ਼ਰਾ ਧਿਆਨ ਰੱਖ ਲੈਣਾ। ਇਹ ਫਿਰ ਜਿਵੇਂ ਹੁਣ ਬਹੁਤ ਲੋਕ ਤਾਂ ਜਿਵੇਂ ਗੱਲ ਕੀਤੀ ਹੈ ਵੀ ਨਿੱਕੂ ਤਾਂ ਜੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਨ ਵਾਲਾ ਸੀ, ਉੱਥੇ ਕਿਉਂ ਚਲੇ ਗਿਆ? ਤਾਂ ਇਹ ਫਿਰ ਮੰਨੀਏ ਵੀ ਜਿਹੜੇ ਇਹ ਗੀਤ ਗਾਏ ਜਾਂਦੇ ਆ ਇਹ ਸਿਰਫ ਆਪਣੇ ਪੈਸੇ ਲਈ ਜਾਂ ਕਮਾਈ ਕਰਨ ਲਈ? ਹੁਣੇ ਇੰਨਾ ਵੱਡਾ ਪਖੰਡ ਕਰਨ ਤੋਂ ਬਾਅਦ ਅਗਲਾ ਗਾਣਾ ਦੇਖਿਓ ਸਰਦਾਰੀ ਤੇ ਹੀ ਆਣਾ, ਕਿਉਂਕਿ ਪੈਸਾ ਤੇ ਉੱਥੋਂ ਹੀ ਕਮਾਉਣਾ ਨਾ। ਕਿਹੜਾ ਇਹਨੂੰ ਇੰਦੌਰ ਦੇ ਬੰਦਿਆਂ ਨੇ ਸ਼ੋਅ ਦਿੱਤਾ ਜਿੱਥੇ ਜਿਹੜੇ ਬਾਬੇ ਕੋਲ ਗਿਆ? ਜੇ ਕਰਾਮਾਤ ਹੈ, ਕਿਉਂਕਿ ਨਿੱਕੂ ਨੇ ਹਲੇ ਤੱਕ ਇਹ ਕਲੀਅਰ ਨਹੀਂ ਕੀਤਾ ਵੀ ਇਹ ਜਿਹੜੀ ਸਾਰਾ ਕੁਝ ਹੋ ਰਿਹਾ ਹੈ, ਨਿੱਕੂ ਦੀ ਸਪੋਰਟ ਹੋ ਰਹੀ ਹੈ, ਇਹ ਬਾਬੇ ਦੀ ਕਰਾਮਾਤ ਮੰਨਦਾ ਜਾਂ ਲੋਕਾਂ ਦਾ ਪਿਆਰ? ਨਹੀਂ, ਉਹ ਇਨਡਾਇਰੈਕਟ ਵਿੱਚ ਤੇ ਇਹ ਕਹਿ ਰਿਹਾ ਕਿ ਲੋਕ ਬਾਬੇ ਦੀ ਕਰਾਮਾਤ ਹੈ ਕਿ ਮੈਂ ਉੱਥੇ ਗਿਆ, ਉੱਥੇ ਤੇ ਮੈਨੂੰ ਬਾਬੇ ਦੇ ਵਿੱਚ ਰੱਬ ਨਜ਼ਰ ਆ ਰਿਹਾ ਸੀਗਾ, ਵਾਹਿਗੁਰੂ ਨਜ਼ਰ ਆ ਰਿਹਾ ਸੀ। ਉੱਥੇ ਇੱਕ ਬੰਦੇ ਵਿੱਚ ਮੈਨੂੰ ਵਾਹਿਗੁਰੂ ਨਜ਼ਰ ਆ ਰਿਹਾ ਸੀ। ਤੈਨੂੰ ਉੱਥੇ ਪਖੰਡ ਨਜ਼ਰ ਨਹੀਂ ਆ ਰਿਹਾ ਸੀ? ਅਸੀਂ ਜਾਈਏ ਸਾਨੂੰ ਦੂਰੋਂ ਸਾਨੂੰ ਪਖੰਡ ਨਜ਼ਰ ਆ ਜਾਂਦਾ ਹੈ। ਇਹ ਨਿੱਕੂ ਨੂੰ ਵੀ ਪਖੰਡ ਨਜ਼ਰ ਆ ਰਿਹਾ ਸੀ, ਲੇਕਿਨ ਸ਼ਾਇਦ ਉਹਨੂੰ ਇਸ ਚੀਜ਼ ਦੇ ਬਹੁਤ ਵੱਡੇ ਪੈਸੇ ਮਿਲੇ ਆ। ਪਰ ਉਹਨੇ ਇਸ ਗੱਲ ਨੂੰ ਵੀ ਤਾਂ ਕਿਹਾ ਜੀ ਵੀ ਮੈਨੂੰ ਫੀਲ ਹੋਇਆ ਵੀ ਯਾਰ ਮੈਂ ਕਿੱਥੇ ਗੁਰੂ ਨਾਨਕ ਦਾ ਚਾਰ ਛੱਡ ਕੇ ਇੱਥੇ ਆ ਗਿਆ। ਇਹ ਗੱਲ ਵੀ ਤਾਂ ਫਿਰ ਉਹਦੀ ਇਸ ਤਰ੍ਹਾਂ ਲੱਗ ਰਹੀ ਹੈ ਵੀ ਜਿਵੇਂ ਉਹ ਪਖੰਡ ਤੇ ਮਹਿਸੂਸ ਹੋਇਆ ਉਹਨੂੰ। ਨਹੀਂ, ਇਹ ਗੱਲ ਦਾ ਅਗਲੀ ਲਾਈਨ ਵੀ ਸੁਣ ਲਓ ਨਾ ਕਿ ਵੀ ਕਹਿੰਦਾ ਕਿ ਵੀ ਮੈਨੂੰ ਇਹ ਮਹਿਸੂਸ ਹੋਇਆ ਕਿ ਬਾਬੇ ਦਾ ਲੜ ਛੱਡ ਕੇ ਮੈਨੂੰ ਕਿਤੇ ਹੋਰ ਨਹੀਂ ਜਾਣਾ ਚਾਹੀਦਾ ਸੀਗਾ। ਫਿਰ ਮੈਨੂੰ ਗੁਰਬਾਣੀ ਦੀ ਉਹ ਲਾਈਨ ਯਾਦ ਆ ਗਈ ਕਿ ਕਣ ਕਣ ਵਿੱਚ ਉਹ ਹੈ, ਅਤੇ ਮੈਨੂੰ ਉੱਥੇ ਉਸ ਬੰਦੇ ਵਿੱਚ ਵੀ, ਉਸ ਬਾਬਾ ਜੀ ਵਿੱਚ ਵੀ ਮੈਨੂੰ ਵਾਹਿਗੁਰੂ ਨਜ਼ਰ ਆ ਰਹੇ ਸੀ। ਉੱਥੇ ਇੱਕ ਬੰਦੇ ਵਿੱਚ ਮੈਨੂੰ ਵਾਹਿਗੁਰੂ ਨਜ਼ਰ ਆ ਰਿਹਾ ਸੀ। ਉਹਨੇ ਕਿਤੇ ਨਹੀਂ ਬੋਲਿਆ ਕਿ ਇਹ ਪਖੰਡਵਾਦ ਸੀਗਾ, ਮੈਨੂੰ ਪਖੰਡਵਾਦ ਨਹੀਂ ਸਪੋਰਟ ਕਰਨਾ। ਜੇ ਪਖੰਡਵਾਦ ਨੂੰ ਸਪੋਰਟ ਕਰਨਾ ਤੇ ਫਿਰ ਉਹਨੇ ਆ ਪਖੰਡੀ ਸਾਧ ਨੇ, ਸਿਰਸੇ ਵਾਲੇ ਨੇ ਵੀ ਜਦੋਂ ਬਾਬਾ ਜੀ ਦੀ ਵੇਸ਼ਭੂਸ਼ਾ ਪਾ ਲਈ ਸੀਗੀ, ਕੀ ਨੁਕਸਾਨ ਕਰ ਲਿਆ ਸੀ ਉਹਨੇ ਸਾਡਾ? ਪਾ ਲੈਣ ਦਿੰਦੇ ਉਹਨੂੰ।
ਉਹ ਵੀ ਤਾਂ ਇੱਕ ਛੁਪਿਆ ਹੋਇਆ ਮੈਸੇਜ ਦੇ ਰਿਹਾ ਸੀ ਨਾ, ਇਹ ਵੀ ਛੁਪਿਆ ਹੋਇਆ ਮੈਸੇਜ ਦੇ ਰਿਹਾ। ਉਸ ਨੂੰ ਮਾਫੀ ਦੇਤੀ, ਇਹ ਦੇਤਾ, ਉਹਨੇ ਇੰਨੀਆਂ ਬੇਅਦਬੀਆਂ ਕਰਾ ਲੀਆਂ, ਉਹ ਫਿਰ ਇਹਨੂੰ ਵੀ ਗੱਲ ਨਾਲ ਲਾ ਲੈਣੇ ਇਸ ਪਖੰਡੀ ਨੂੰ ਜਿਹੜਾ ਸਿਰਸੇ ਵਾਲਾ ਹੈਗਾ। ਇਹ ਵੀ ਭਲਾਈ ਕਰ ਰਿਹਾ। ਇਹਦੇ ਵਿੱਚ ਵੀ ਲੋਕ ਬੋਲਦੇ ਸਾਨੂੰ ਜੀ ਪ੍ਰਮਾਤਮਾ ਦਿਖਦਾ। ਉਹ ਜਿਹੜੀ ਕੁੜੀ ਹੈਗੀ ਹੈ ਹਰਪ੍ਰੀਤ ਜਾਂ ਹਰਮੀਤ, ਜਿਹੜੀ ਵੀ ਕੁੜੀ ਹੈ ਹਨੀਪ੍ਰੀਤ ਨੂੰ ਵੀ ਪਿਤਾ ਜੀ ਵਿੱਚ ਸਭ ਕੁਝ ਹੀ ਦਿਖਦੇ ਨੇ। ਬॉयਫ੍ਰੈਂਡ ਵੀ ਦਿਖਦਾ ਹੈ ਉਹਨੂੰ, ਰੱਬ ਵੀ ਦਿਖਦਾ ਉਹਦੇ ਵਿੱਚ। ਫਿਰ ਹੁਣ ਜਿਹੜੇ ਆਪਾਂ ਗੱਲ ਈਸਾਈ ਤੋਂ ਤੋਰੀ ਸੀਗੀ, ਉਹ ਇਹ ਵੀ ਤਾਂ ਕਹਿੰਦੇ ਆ ਜੀ, ਉਹ ਕਹਿੰਦੇ ਅਸੀਂ ਫਾਇਰ ਕਰੀਏ ਠੀਕ ਨਹੀਂ ਹੋ ਸਕਦਾ, ਬੰਦਾ ਜਿਉਂਦਾ ਨਹੀਂ ਹੋ ਸਕਦਾ। ਤੁਸੀਂ ਸਰੋਵਰ ਦੇ ਵਿੱਚ ਨਹਾ ਕੇ ਬੰਦਾ ਨੂੰ ਕਹਿ ਦਿੰਦੇ ਹੋ ਜੀ, ਇਸ਼ਨਾਨ ਕਰਵਾ ਕੇ, ਬਈ ਜਿਹਦੀਆਂ ਅੱਖਾਂ ਆ ਗਈਆਂ ਇਹ ਹੋ ਗਿਆ ਉਹ ਹੋ ਗਿਆ। ਨਹੀਂ, ਉਹ ਦੇਖੋ ਇੱਕ ਰੱਬ ਦੇ ਇੱਕ ਵਿਸ਼ਵਾਸ ਦੇ ਉੱਤੇ ਰੱਬ ਹੁੰਦਾ। ਆਪਾਂ ਵਿਸ਼ਵਾਸ ਦੇ ਉੱਤੇ ਕਿਸੇ ਦੇ ਵੀ ਉਹ ਨਹੀਂ ਕਰਦੇ, ਭਾਵੇਂ ਕੋਈ ਵੀ ਧਰਮ ਹੋਵੇ। ਧਾਰਮਿਕ ਹੋਣਾ ਅਲੱਗ ਹੁੰਦਾ, ਸਪਿਰਿਚੁਅਲ ਹੋਣਾ ਅਲੱਗ ਹੁੰਦਾ। ਪੱਥਰਾਂ 'ਚੋਂ ਵੀ ਪਰਮਾਤਮਾ ਪਾਇਆ ਧੰਨੇ ਨੇ ਭਗਤ ਨੇ। ਪਖੰਡੀ ਹੋਣਾ ਅਲੱਗ ਹੁੰਦਾ। ਅਸੀਂ ਪਖੰਡ ਦੀ ਗੱਲ ਕਰਦੇ ਪਏ ਹਾਂ। ਹੁਣ ਮੁਸਲਿਮ ਭਾਈਚਾਰਾ ਜਿਹੜਾ ਉਹ ਕਿਸੇ ਹੋਰ ਤਰੀਕੇ ਦੇ ਨਾਲ ਰੱਬ 'ਤੇ ਵਿਸ਼ਵਾਸ ਕਰਦਾ, ਹਿੰਦੂ ਭਾਈਚਾਰਾ ਕਿਸੇ ਹੋਰ ਤਰੀਕੇ ਨਾਲ ਕਰਦਾ, ਰੱਬ 'ਤੇ ਵਿਸ਼ਵਾਸ ਕਰਦਾ, ਅਤੇ ਉਹ ਵਿਸ਼ਵਾਸ ਦੇ ਥਰੂ ਜਿਹੜੀਆਂ ਚੀਜ਼ਾਂ ਨੇ ਉਹ ਕੰਮ ਕਰਦੀਆਂ। ਇੱਕ ਸਪਿਰਿਚੁਅਲਿਜ਼ਮ ਜਿਹੜਾ ਤਿਆਰ ਹੁੰਦਾ ਉਸ ਦੇ ਵਿੱਚ ਉਹਨਾਂ ਦੇ ਕੰਮ ਹੁੰਦੇ ਆ। ਲੇਕਿਨ ਪਖੰਡਵਾਦ ਤਾਂ ਸਾਨੂੰ ਮੰਨਣਾ ਪੈਣਾ ਨਾ ਕਿ ਪਖੰਡਵਾਦ ਤੇ ਅਲੱਗ ਹੈ, ਕਿ ਆਪਾਂ ਕਿਸੇ ਨੂੰ ਮੁਰਦੇ ਹੀ ਜਿੰਦੇ ਕਰਤੇ। ਯਾਰ ਹੁਣ ਗੱਲ ਹੀ ਇਹਦੇ ਬਾਅਦ ਕੀ ਕਰ ਲਈਏ? ਜੇ ਮੁਰਦੇ ਹੀ ਜਿੰਦੇ ਹੋ ਜਾਂਦੇ ਆ ਤਾਂ ਫਿਰ ਤਾਂ ਰੱਬ ਹੈ। ਜੇ ਇਹਨਾਂ ਬਾਬਿਆਂ ਦੇ ਕੋਲ ਕੋਈ ਸ਼ਕਤੀਆਂ ਹੈਗੀਆਂ ਹਿੰਦੁਸਤਾਨ ਦੀ ਗਰੀਬੀ ਖਤਮ ਕਰ ਦੇਣ, ਇਹਨਾਂ ਬਾਬਿਆਂ ਕੋਲ ਸ਼ਕਤੀ ਹੈਗੀ ਡਾਲਰ ਥੱਲੇ ਲੈਣ, ਪੈਟਰੋਲ ਥੱਲੇ ਕਰ ਦੇਣ, ਇਹ ਕਿਹਦੀ ਵੇਟ ਕਰਦੇ ਪਏ ਨੇ? ਕਿਉਂ ਵੇਟ ਕਰ ਰਹੇ ਨੇ? ਭਲਾ ਕਰ ਦੇਣ ਇੱਕੋ ਵਾਰ 'ਚ ਹੀ, ਸਾਰਿਆਂ ਦੇ ਹੀ ਦੁੱਖ ਖਤਮ ਕਰ ਦੇਣ। ਕਿਉਂ ਵੇਟ ਕਰਦੇ ਕਿ ਜਿਹੜਾ ਮੇਰੇ ਕੋਲ ਆਏਗਾ ਤੇ ਮੈਂ ਉਹਨੂੰ ਹੀ ਛੂ ਛਾਂ ਕਰਾਂਗਾ, ਜਿਹੜੇ ਘਰ ਬੈਠੇ ਉਹਨਾਂ ਦਾ ਵੀ ਭਲਾ ਕਰ ਦੇਣਾ। ਇਹ ਸਰਬੱਤ ਦਾ ਭਲਾ ਉੱਥੋਂ ਹੀ ਮੰਗ ਲੈਣ ਆਪਣਾ। ਇਹ ਤਾਂ ਬੇਵਕੂਫ ਤੋਂ ਬੇਵਕੂਫ ਬੰਦੇ ਨੂੰ ਪਤਾ ਹੈ ਕਿ ਇਹ ਪਖੰਡ ਹੋ ਰਿਹਾ, ਉਹ ਸਿਰੇ ਦਾ ਪਖੰਡ ਹੋ ਰਿਹਾ। ਇਹਦੇ ਉੱਤੇ ਕਈ ਫਿਲਮਾਂ ਬਣ ਚੁੱਕੀਆਂ, ਇਹਦੇ ਉੱਤੇ ਕਈ YouTube ਦੇ ਉੱਤੇ ਐਸੀਆਂ ਵੀਡੀਓਜ਼ ਪਈਆਂ ਹੋਈਆਂ ਜਿੱਥੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਜਦੋਂ ਇਹ ਪਾਸਟਰ ਆਏਗਾ ਤੁਸੀਂ ਇੱਦਾਂ ਸਿਰ ਘੁਮਾਉਣਾ ਹੈ, ਤੁਸੀਂ ਇਹ ਚੀਕਾਂ ਮਾਰਨੀਆਂ। ਇਹ ਵੀਡੀਓ ਵੇਖ ਲਓ ਤੁਸੀਂ, YouTube 'ਤੇ ਮਿਲ ਜਾਣਗੇ ਤੁਹਾਨੂੰ ਸਾਰੀਆਂ ਟ੍ਰੇਨਿੰਗ ਦੀਆਂ। ਫਿਰ ਇਹ ਕਮੀ ਕਿੱਥੇ ਰਹੀ ਹੈ ਬਾਈ ਜੀ? ਕਿਉਂਕਿ ਅਸੀਂ ਦੇਖਦੇ ਹਾਂ ਵੀ ਸਾਡੇ ਧਰਮ ਦੇ ਲੋਕਾਂ ਨੂੰ ਉੱਧਰ ਕਨਵਰਟ ਕੀਤਾ, ਹਾਲਾਂਕਿ ਉਹਨਾਂ ਦੇ ਨਾ ਪੱਗਾਂ ਉਤਰਵਾਈਆਂ ਜਾਂਦੀਆਂ, ਨਾ ਸਿੰਘ ਹਟਵਾਏ ਜਾਂਦੇ ਨਾਮ ਦੇ ਪਿੱਛੇ ਤੋਂ। ਜਿਹੜੇ ਸਿੰਘ ਸੀ, ਜਿਹੜੇ ਅੱਜ ਸਿੱਖੀ ਦੇ ਵਿੱਚ ਜਨਮ ਲੈਂਦੇ ਨੇ ਲੋਕ, ਉਹ ਕਈ ਵਾਰ ਤਾਂ ਕਹਿੰਦੇ ਵੀ ਵਡਭਾਗੇ ਆ, ਪਰ ਉਹ ਇੰਨੇ ਕੱਚੇ ਕਦੋਂ ਹੋ ਗਏ ਸਿੱਖ ਸਾਡੇ? ਕਿਉਂ ਹੋ ਗਏ? ਨਹੀਂ, ਆਪਾਂ ਕੋਈ ਚੀਜ਼ ਆ ਨਾ ਜਿਹੜੀ ਨਜ਼ਰੀਆ ਥੋੜ੍ਹਾ ਜਿਹਾ ਬਦਲਦਾ ਅਤੇ ਐਟੀਟਿਊਡ ਜਿਹੜਾ ਹੁੰਦਾ ਉਹ ਥੋੜ੍ਹਾ ਜਿਹਾ ਬਦਲਦਾ ਅਤੇ ਉਹਦਾ ਮੀਨਿੰਗ ਜਿਹੜਾ ਬਦਲ ਜਾਂਦਾ। ਜਿੱਦਾਂ ਮੰਨ ਲਓ ਸੱਤਿਆਗ੍ਰਹਿ ਹੁੰਦਾ, ਗਾਂਧੀ ਕਹਿੰਦਾ ਜੀ ਸੱਤਿਆਗ੍ਰਹਿ ਕਰ ਲਓ, ਪਰ ਸੱਤਿਆਗ੍ਰਹਿ ਕਿਉਂ ਕਰਨਾ ਕਿ ਜੀ ਹਿੰਸਾ ਦੇ ਅਸੀਂ ਖਿਲਾਫ ਆ, ਵਾਇਲੈਂਸ ਦੇ ਖਿਲਾਫ ਆ। ਜੇ ਕੋਈ ਬੰਦਾ ਕਿਸੇ ਦੀ ਕੁੜੀ ਦੇ ਨਾਲ ਕਹੇ ਜੀ ਮੈਨੂੰ ਆਪਣੀ ਕੁੜੀ ਦਾ ਮੇਰੇ ਨਾਲ ਵਿਆਹ ਕਰੋ, ਨਹੀਂ ਤਾਂ ਮੈਂ ਤਾਂ ਸੱਤਿਆਗ੍ਰਹਿ ਕਰ ਰਿਹਾ, ਘਰ ਦੇ ਬਾਹਰ ਬੈਠਾ, ਭੁੱਖ ਹੜਤਾਲ 'ਤੇ ਹੈਗਾ, ਮਰ ਜਾਂਗਾ ਮੈਂ। ਉਹਨਾਂ ਨੇ ਸੱਤਿਆਗ੍ਰਹਿ ਕਰ ਲਿਆ, ਲੇਕਿਨ ਉਹਦੀ ਡਿਮਾਂਡ ਗਲਤ ਹੈ ਔਰ ਹਫਤਾ ਹੋ ਗਿਆ ਉਹਨੇ ਭੁੱਖ ਹੜਤਾਲ ਕਰਕੇ ਬੈਠਾ, ਤੰਬੂ ਲਾ ਕੇ ਬੈਠਾ, ਤਾਂ ਲੋਕ ਆ ਕੇ ਕੁੜੀ ਵਾਲੇ ਨੂੰ ਸਮਝਾਉਣਾ ਸ਼ੁਰੂ ਕਰ ਦੇਣ ਕਿ ਕਰ ਦਿਓ ਯਾਰ, ਇਹ ਤਾਂ ਮਰ ਜਾਏਗਾ ਨਹੀਂ ਤਾਂ। ਹੁਣ ਇਹ ਸੱਤਿਆਗ੍ਰਹਿ ਵੀ ਤਾਂ ਗਲਤ ਹੀ ਹੈ ਨਾ। ਹੁਣ ਅਸੀਂ ਇਹ ਜਿਹੜੇ ਬਿਨ ਲਾਦਨ ਸੀਗਾ ਜਿਹੜਾ ਟੈਰਰਿਸਟ, ਜਾਂ ਔਰੰਗਜ਼ੇਬ ਸੀਗਾ, ਇਹ ਇਸਲਾਮ ਨੂੰ ਵਧਾਉਣਾ ਚਾਹੁੰਦੇ ਸੀ, ਨੀਅਤ ਇਹਨਾਂ ਦੀ ਉਹੀ ਸੀਗੀ। ਇਹਨਾਂ ਦਾ ਹਥਿਆਰ ਬੰਦੂਕ ਸੀਗਾ, ਬੰਬ ਸੀਗੇ। ਇਹਨਾਂ ਜਿਹੜਾ ਮਿਸ਼ਨਰੀ ਹੈਗੇ ਆ, ਇਹ ਪੈਸੇ ਦੇ ਦਮ 'ਤੇ ਕਰਦੇ ਪਏ ਆ। ਇਹਨਾਂ ਦਾ ਹਥਿਆਰ ਪੈਸਾ ਹੈ, ਪੈਸੇ ਦੇ ਦੇ ਕੇ ਇਹ ਲੋਕਾਂ ਨੂੰ ਕਨਵਰਟ ਕਰ ਰਿਹਾ। ਬਹੁਤ ਵੱਡੀ ਇੱਕ ਆਪਣੇ ਇੱਥੇ ਇੱਕ ਹੀਰੋ ਮੰਨੀ ਜਾਂਦੀ ਆ ਇਹਨਾਂ ਦੀ, ਇੱਕ ਬਹੁਤ ਵੱਡੀ ਬੀਬੀ ਆ, ਚਿੱਟੇ ਕੱਪੜੇ ਪਾ ਕੇ ਹੁੰਦੀ ਆ, ਉਸਨੇ ਲੱਖਾਂ ਦੇ ਵਿੱਚ ਲੋਕ ਕਨਵਰਟ ਕਰਾਤੇ। ਔਰੰਗਜ਼ੇਬ ਤਾਂ ਕਰਵਾ ਹੀ ਨਹੀਂ ਪਾਇਆ ਸੀਗਾ ਇੰਨੇ ਹਿੰਦੂ ਕਨਵਰਟ, ਉਸ ਬੀਬੀ ਨੇ ਕੋਈ ਮਿਲੀਅਨਸ ਦੇ ਵਿੱਚ ਨੇ ਜਿਹੜੇ ਲੋਕੀ ਕਨਵਰਟ ਕਰਵਾਤੇ। ਉਹਨੂੰ ਅਸੀਂ ਸ਼ਾਂਤੀ ਦਾ ਪ੍ਰਤੀਕ ਮੰਨੀ ਜਾਂਦੇ ਹਾਂ। ਕੋਈ ਸਿੱਖ ਕਿਸੇ ਨੂੰ ਇੱਥੇ ਗਰੀਬ ਬੱਚੇ ਨੂੰ ਕੈਮਰੇ ਦੇ ਉੱਤੇ ਕੋਈ ਜੈਕਟਾਂ ਬਣਦੇ, ਕੋਟੀਆਂ ਬਣਦੇ, ਉਹਦੀਆਂ ਜਦੇ ਫਾਈਲਾਂ ਖੁੱਲ੍ਹ ਜਾਂਦੀਆਂ ਵੀ ਫੰਡਿੰਗ ਕਿੱਥੋਂ ਹੋ ਰਹੀ ਹੈ, ਇਹਨਾਂ ਦੀਆਂ ਕਿਉਂ ਨਹੀਂ? ਇਹਨਾਂ ਨੂੰ ਤਾਂ ਮਿਲੀਅਨਸ ਦੇ ਵਿੱਚ ਪੈਸਾ ਆਉਂਦਾ ਹੈ, ਕੁਛ ਨਹੀਂ ਹੁੰਦਾ। ਅਗਰ ਕਿਸਾਨ ਵੀ ਮੋਰਚੇ ਲਾ ਲੈਣ ਤਾਂ ਉਹ ਖਾਲਿਸਤਾਨੀ ਪੈਸਾ ਆ ਰਿਹਾ, ਚਾਈਨਾ ਤੋਂ ਪੈਸਾ ਆ ਰਿਹਾ, ਇਹਨਾਂ ਦੇ 1 ਮਿੰਟ 'ਚ ਬਲੇਮ ਲੱਗਦਾ। ਫੋਰਨ ਦੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਕਹਿ ਰਹੀਆਂ ਜਿਹੜੀਆਂ ਸਿੱਖੇ ਦੀਆਂ ਵੀ ਅਸੀਂ ਖਾੜਕੂ ਸਿੰਘਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਨੂੰ ਇੰਨਾ ਪੈਸਾ ਭੇਜ ਦਈਏ, ਪਰ ਸਰਕਾਰਾਂ ਆਉਣ ਨਹੀਂ ਦਿੰਦੀਆਂ। ਇਹਨਾਂ ਨੂੰ ਬਾਹਰੋਂ ਕਿਵੇਂ ਆਈ ਜਾਂਦਾ ਜੀ? ਇਹਨਾਂ ਨੂੰ ਸਾਰਾ ਹੀ ਆਈ ਜਾਂਦਾ, ਔਰ ਥੋੜ੍ਹਾ ਪੈਸਾ ਨਹੀਂ ਆਉਂਦਾ ਇਹਨਾਂ ਨੂੰ।
ਬੇਅੰਤ ਪੈਸਾ ਆਉਂਦਾ ਔਰ ਇਹ ਸਭ ਅਲਾਉਡ ਹੈ। ਇਹ ਕਈ ਵਾਰ ਕਹਿੰਦੇ ਵੀ ਇੱਕ ਰਾਸ਼ਟਰ ਦੇ ਅਧੀਨ ਕਰਨਾ ਚਾਹੁੰਦੇ ਆ ਦੇਸ਼ ਨੂੰ, ਪਰ ਇਹ ਤਾਂ ਉਹਨਾਂ ਰਾਸ਼ਟਰ ਦੇ ਲੋਕਾਂ ਦੇ ਵਿੱਚੋਂ ਵੀ ਲੋਕ ਧਰਮ ਨਹੀਂ ਹੈਗਾ ਜੀ। ਨਹੀਂ, ਉਹ ਦੇਖੋ ਅਸਲ 'ਚ ਪਿੱਛੇ ਜਿਹੜੀ ਸਰਕਾਰ ਕਰਨਾ ਚਾਹੁੰਦੀ ਹੈ ਕਿ ਬਈ 1980s ਦੇ ਮਿਡ ਤੱਕ ਪੰਜਾਬ ਰਿਚੈਸਟ ਸਟੇਟ ਸੀਗਾ ਹਿੰਦੁਸਤਾਨ ਦਾ। ਉਸ ਦੇ ਬਾਅਦ ਹੁਣ ਪਤਾ ਨਹੀਂ ਕਿੰਨਵੇਂ ਨੰਬਰ 'ਤੇ ਥੱਲੇ ਚਲਾ ਗਿਆ, ਸ਼ਾਇਦ ਬਿਹਾਰ ਤੋਂ ਵੀ ਥੱਲੇ ਚਲਾ ਗਿਆ। ਇਹ ਸਾਰੀਆਂ ਪਾਲਿਸੀਆਂ ਪੰਜਾਬ ਨੂੰ ਖ਼ਤਮ ਕਰਨ ਦੇ ਲਈ ਬਣਦੀਆਂ ਪਈਆਂ। ਗੰਗਾ ਦਾ ਪਾਣੀ ਪੰਜਾਬ ਨੂੰ ਦਿੱਤਾ ਜਾ ਸਕਦਾ, ਲੇਕਿਨ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣਾ ਹੈ। ਜਮਨਾ ਲਾਗੋਂ ਦੀ ਨਿਕਲਦੀ ਹੈ, ਹਰਿਆਣੇ ਨੂੰ ਕ੍ਰਾਸ ਕਰਕੇ ਲੰਘਦੀ ਹੈ, ਪਰ ਜਮਨਾ ਦਾ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਤਾਂ ਕਿ ਆ ਦੋਨਾਂ ਦੀ ਲੜਾਈ ਹੁੰਦੀ ਰਹੇ, ਆਪਸ 'ਚ ਲੜਾਈ ਰੱਖਣਾ। ਜਦ ਕਿ ਹਰਿਆਣਾ ਔਰ ਪੰਜਾਬ, ਜੱਟ ਔਰ ਜਾਟ, ਇਹ ਦੋਨਾਂ ਦੀ ਨਸਲ ਇੱਕ ਹੈ, ਇਹਨਾਂ ਦਾ ਸੁਭਾਅ ਇੱਕ ਹੈ, ਇਹਨਾਂ ਦਾ DNA ਇੱਕ ਹੈ, ਪਿਛੋਕੜ ਇਹਨਾਂ ਦਾ ਇੱਕ ਹੈ। ਇਹਨਾਂ ਨੂੰ ਲੜਾ ਰੱਖਿਆ, ਲੜਾਉਣਾ ਚਾਹੁੰਦੇ ਆ। ਕਿਉਂਕਿ ਪੰਜਾਬ ਨੂੰ ਖ਼ਤਮ ਕਰਨਾ, ਸਿੱਖੀ ਨੂੰ ਖ਼ਤਮ ਕਰਨਾ, ਇਹ ਉਹਨੂੰ ਬੈਲੈਂਸ ਕਰਨਾ ਚਾਹੁੰਦੇ ਆ ਆਪਣੇ ਹਿਸਾਬ ਦੇ ਨਾਲ ਕਿ ਬਈ ਇਹ ਤਾਂ ਇਨਬੈਲੈਂਸ ਦੀ ਚੀਜ਼ ਹੈ ਯਾਰ। ਪੰਜਾਬ ਰਿਚੈਸਟ ਸਟੇਟ ਹੈ ਔਰ ਬਿਹਾਰ 'ਚ ਖਾਣ ਨੂੰ ਨਹੀਂ ਮਿਲਦਾ ਪਿਆ। ਉਹ ਬਿਹਾਰੀ ਚੁੱਕ ਕੇ ਪੰਜਾਬ ਭੇਜੀ ਜਾ ਰਿਹਾ। ਪੰਜਾਬ ਦੇ ਅੰਦਰ ਇਹੋ ਜਿਹੀਆਂ ਪਾਲਿਸੀਆਂ ਬਣਾਈ ਜਾ ਰਹੇ ਨੇ ਕਿ ਉਹ ਪੰਜਾਬ ਜਿਹੜਾ ਹੈ ਉਹ ਰਿਚੈਸਟ ਸਟੇਟ ਤੋਂ ਪਤਾ ਨਹੀਂ ਹੁਣ ਸ਼ਾਇਦ 23-24 ਅਗਰ ਸਟੇਟ ਹੈਗੇ ਤਾਂ ਸ਼ਾਇਦ 19ਵੇਂ ਸਟੇਟ ਨੰਬਰ 'ਤੇ ਹੋਣਾ। ਇੰਨੀ ਬੁਰੀ ਹਾਲਤ ਪੰਜਾਬ ਦੀ ਕਰੀ ਜਾ ਰਹੇ। ਇਹਦੇ ਲਈ ਫਿਰ ਹੁਣ ਹੰਭਲਾ ਕਿਵੇਂ ਮਾਰਿਆ ਜਾਵੇ, ਜਾਂ ਇਹ ਹਾਲਾਤਾਂ ਨੂੰ ਜੋ ਬਣੇ ਆ, ਜੇ ਇੱਕ ਇਹ ਧਰਮ ਪਰਿਵਰਤਨ ਮਾਮਲੇ ਦੇ ਵਿੱਚ ਵੀ ਜਿਹੜੇ ਬਿਆਨ ਲਗਾਤਾਰ ਜਥੇਦਾਰ ਸਾਹਿਬ ਦੇ ਰਹੇ ਆ ਬਾਜਵਾ ਨੇ। ਨਹੀਂ, ਅਲਟੀਮੇਟਲੀ ਸਿੱਖਾਂ ਦੇ ਨਾਲ ਧੋਖਾ ਹੋਇਆ, ਇਹ ਭਾਰਤ ਸਰਕਾਰ ਨੂੰ ਮੰਨਣਾ ਪੈਣਾ। ਜੋ ਇਹ ਡਾਕੂਮੈਂਟਡ ਹੈ ਨਾ, ਇਹ ਤਾਂ ਕੋਈ ਇਹ ਨਹੀਂ ਹੈ ਕਿ ਹਵਾ 'ਚ ਗੱਲਾਂ ਹੋ ਰਹੀਆਂ। ਇਹ ਡਾਕੂਮੈਂਟਡ ਹੈਗੀਆਂ ਨਾ ਕਿ ਬਈ ਗਾਂਧੀ ਨੇ ਜੋ ਗੱਲਾਂ ਬੋਲੀਆਂ, ਨਹਿਰੂ ਨੇ ਜੋ ਵਾਅਦੇ ਕੀਤੇ ਸਿੱਖਾਂ ਦੇ ਨਾਲ, ਉਹ ਬਾਅਦ 'ਚੋਂ ਮੁੱਕਰ ਗਏ। ਉਹ ਇਹ ਮੁੱਕਣਾ ਸਿਆਪਾ ਤਾਂ ਹੀ ਹੈ ਜਦੋਂ ਭਾਰਤ ਸਰਕਾਰ ਇਹਨਾਂ ਚੀਜ਼ਾਂ ਦੇ ਲਈ ਬੈਠੇਗੀ। ਅੱਜ ਬੈਠੇ, ਕੱਲ੍ਹ ਬੈਠੇ, ਇਹ ਲੜਦੇ ਰਹੇਗੇ ਲੋਕ। ਦੀਪ ਸਿੱਧੂ ਆਉਂਦੇ ਰਹਿਣਗੇ, ਅੰਮ੍ਰਿਤਪਾਲ ਭਾਜੀ ਆਉਂਦੇ ਰਹਿਣਗੇ, ਹੋਰ ਬਹੁਤ ਸਾਰੇ ਆਉਂਦੇ ਰਹਿਣਗੇ। ਇਹ ਲੜਾਈ ਨਹੀਂ ਮੁੱਕਣੀ। ਭਾਰਤ ਸਰਕਾਰ ਨੂੰ ਇੱਥੇ ਬਹਿਣਾ ਹੀ ਪੈਣਾ। ਆਪਣੇ ਇਹਨਾਂ ਦੇ ਪੁਰਖਿਆਂ ਦੇ ਜਿਹੜੇ ਕੀਤੇ ਹੋਏ ਵਾਅਦੇ ਹੈਗੇ, ਉਹਨੇ ਵਾਅਦਿਆਂ ਦਾ ਪੰਜਾਬ ਦੇ ਨਾਲ ਨਿਬੇੜਾ ਕਰਨਾ ਪੈਣਾ ਇਹਨਾਂ ਨੂੰ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਹੁਣ ਸ਼੍ਰੋਮਣੀ ਕਮੇਟੀ ਪ੍ਰੈਸ਼ਰ ਪਾ ਰਹੀ ਹੈ ਸਰਕਾਰ ਦੇ ਉੱਤੇ। ਕਿਵੇਂ ਵੇਖਦੇ ਹੋ, ਉਹਨਾਂ ਦਾ ਐਕਸ਼ਨ ਕਿਵੇਂ ਆ? ਇਹ ਠੀਕ ਹੈ ਵੀ ਕਾਲੇ ਕੱਪੜੇ ਪਾ ਕੇ ਹੁਣ DC ਦਫ਼ਤਰਾਂ ਦੇ ਬਾਹਰ ਬੈਠਾਂਗੇ ਜੇ ਨਹੀਂ ਦਿੰਦੇ? ਨਹੀਂ, ਬੰਦੀ ਸਿੰਘਾਂ ਦਾ ਨਾ ਭਾਜੀ ਬੜਾ ਉਲਝਿਆ ਹੋਇਆ ਮਸਲਾ ਹੈ। ਮੈਨੂੰ ਜਿਹੜਾ ਪਰਸਨਲੀ ਲੱਗਦਾ ਹੈ ਕਿ ਬੰਦੀ ਸਿੰਘ ਇਸ ਕਰਕੇ ਰਿਹਾ ਨਹੀਂ ਹੁੰਦੇ, ਜਿਹੜੀ ਗੱਲਾਂ ਸਟੇਜਾਂ ਤੋਂ ਬਹੁਤ ਚੀਕ ਕੇ ਬੋਲੀਆਂ ਜਾਂਦੀਆਂ ਕਿ RSS ਔਰ ਸੰਘ ਔਰ ਫਲਾਣ ਔਰ BJP ਔਰ ਟਿਮਕਾ, ਉਹਨਾਂ ਤੋਂ ਵੱਧ ਜਿਹੜੇ ਕਸੂਰਵਾਰ ਨੇ ਲੋਕ, ਉਹ ਸਾਡੇ ਆਪਣੇ ਲੋਕ ਨੇ। ਕੰਡੇ ਬੀਜੇ। ਮੈਂ ਇੱਦਾਂ ਕਹਿੰਦਾ ਕਿ ਤੁਸੀਂ ਇਹ ਐਜ਼ਿਊਮ ਕਰ ਲਓ ਕਿ ਬੰਦੀ ਸਿੰਘ ਰਿਹਾ ਹੋ ਗਏ, ਜਗਤਾਰ ਸਿੰਘ ਹਵਾਰਾ ਸਾਹਿਬ ਬਾਹਰ ਆ ਗਏ, ਤੁਹਾਡੇ ਦਿਮਾਗ 'ਚ ਹੁਣ ਤੱਕ 4 ਦੁਕਾਨਾਂ ਤੇ ਘੱਟ ਤੋਂ ਘੱਟ ਆ ਗਈਆਂ ਹੋਣੀਆਂ ਕਿ ਜਿਹੜੀਆਂ ਬੰਦ ਹੋ ਜਾਣਗੀਆਂ। ਜੇ ਬੰਦੀ ਸਿੰਘ ਸਾਰੇ ਬਾਹਰ ਆ ਗਏ ਤੇ ਬਹੁਤ ਸਾਰੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਪਰਮਾਨੈਂਟਲੀ। ਇਹ ਜਿਹੜੀਆਂ ਦੁਕਾਨਾਂ ਬੰਦ ਹੋਣੀਆਂ, ਉਹਨਾਂ ਦੁਕਾਨਾਂ ਦੇ ਦੁਕਾਨਦਾਰ ਤਾਂ ਰਿਹਾਈ ਦੀ ਮੰਗ ਕਰ ਰਹੇ ਆ। ਉਹ ਤਾਂ ਉੱਤੋਂ ਤੇ ਕਰਨਾ ਹੀ ਪੈਂਦਾ, ਮਜਬੂਰੀ ਹੈ। ਦੀਪ ਸਿੱਧੂ ਭਾਈ ਜਦੋਂ ਗਏ ਦੁਨੀਆ ਤੋਂ, ਔਰ ਉਦੋਂ ਜਿਹੜੇ ਬੰਦੇ ਖਿਲਾਫਤ 'ਚ ਸੀਗੇ ਉਹ ਵੀ ਹੰਝੂ ਵਹਾਉਂਦੇ ਪਏ ਸੀ, ਤੇ ਉਹ ਤੇ ਕਰਨਾ ਹੀ ਪੈਣਾ ਨਾ, ਕਿਉਂਕਿ ਇਹਦਾ ਬੋਲ ਹੀ ਨਹੀਂ ਸਕਦੇ ਕਿ ਅਸੀਂ ਨਹੀਂ ਹੱਕ 'ਚ ਹੈਗੇ। ਪਰ ਤਰੀਕਾ ਕਿਵੇਂ ਠੀਕ ਲੱਗਿਆ ਵੀ ਉਹ ਕੌਮ ਜਿਹੜੀ ਕਿਸੇ ਨੂੰ ਵਾਰਨ ਕਰਦੀ ਸੀ, ਇੱਕ ਵਾਰ ਧਮਕੀ ਜਾਂ ਪਿਆਰ ਦੇ ਨਾਲ, ਪਹਿਲਾਂ ਫਿਰ ਸਖਤੀ ਦੇ ਨਾਲ ਵੀ ਟਲ ਜਾਓ ਨਹੀਂ ਤਾਂ ਫਿਰ ਐਵੇਂ ਕਰਾਂਗੇ, ਅੱਜ ਉਹ ਕਹਿੰਦੀ ਜੀ ਵੀ ਅਸੀਂ ਕਾਲੇ ਚੋਲੇ ਪਾ ਕੇ ਜੀ ਫਿਰ ਬੈਠ ਜਾਾਂਗੇ ਪੱਕੇ। ਨਹੀਂ, ਮੈਨੂੰ ਬਰਗਾੜੀ ਮੋਰਚੇ 'ਤੇ ਮੈਂ ਜਾਣਾ ਸੀਗਾ ਉਸ ਦਿਨ, ਮੈਂ ਜਾ ਨਹੀਂ ਪਾਇਆ, ਨਹੀਂ ਤਾਂ ਮੈਂ ਇਹੀ ਬੋਲਣਾ ਸੀਗਾ ਕਿ ਬਈ ਇਹ ਬਹੁਤ ਹੋ ਗਿਆ। ਦੀਪ ਸਿੱਧੂ ਭਾਜੀ ਨਾਲ ਜਦੋਂ ਪਹਿਲੀ ਵਾਰੀ ਮੈਂ ਬਰਗਾੜੀ ਮੋਰਚੇ ਗਿਆ ਸੀ, ਉਦੋਂ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਤੇ ਭਾਜੀ ਬੇਬਾਕ ਸੀਗੇ, ਬੋਲਦੇ ਸਿੱਧਾ ਹੀ ਸੀਗੇ। ਉਹ ਕਹਿੰਦੇ ਯਾਰ ਮੈਂ ਤੇ ਸੁਖਰਾਜ ਨੂੰ ਇੱਥੇ ਇਹ ਸਮਝਾਉਣ ਆਇਆ ਕਿ ਇਨਸਾਫ ਕਿਹਦੇ ਕੋਲ ਲੈਣਾ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਕੋਲੋਂ, ਇੱਥੋਂ ਕਿੱਥੋਂ ਮਿਲ ਜਾਣਾ। ਹੁਣ ਇੰਨਾ ਟਾਈਮ ਹੋ ਗਿਆ, ਭਾਜੀ ਵੀ ਚਲੇ ਗਏ, ਸੁਖਰਾਜ ਭਾਜੀ ਸਾਡੇ ਹਾਲੇ ਵੀ ਉੱਥੇ ਮੋਰਚਾ ਲਾ ਕੇ ਬੈਠੇ ਹੋਏ ਆ। ਮੈਂ ਉਦੋਂ ਇਹ ਕਹਿਣਾ ਸੀਗਾ ਕਿ ਭਾਜੀ ਇੱਕ ਟਾਈਮ ਦੇ ਦਿਓ ਭਗਵੰਤ ਮਾਨ ਨੂੰ, 15 ਦਿਨ ਦਾ, ਮਹੀਨੇ ਦਾ, ਕਿ ਵੀ ਮਹੀਨੇ 'ਚ ਇਨਸਾਫ ਤੂੰ ਦਿੰਨਾ। ਤੂੰ ਬੋਲਿਆ ਸੀਗਾ 24 ਘੰਟੇ 'ਚ ਇਨਸਾਫ ਹੁੰਦਾ, ਤੇਰਾ ਲਾਲਾ ਵੀ ਬੋਲ ਗਿਆ ਸੀ। ਤੈਨੂੰ ਅਸੀਂ ਹੁਣ 24 ਦਿਨ ਦਾ, 25 ਦਿਨ ਦਾ, ਮਹੀਨੇ ਦਾ ਤੈਨੂੰ ਟਾਈਮ ਦਿੰਦੇ ਹਾਂ, ਤੂੰ ਇਨਸਾਫ ਕਰ ਦੇ। ਨਹੀਂ ਕਰਦਾ
ਤੇ ਅਸੀਂ ਕੌਮ ਨੂੰ ਬੋਲਦੇ ਹਾਂ ਕਿ ਭਗਵੰਤ ਮਾਨ ਹੀ ਇਸ ਦਾ ਜ਼ਿੰਮੇਵਾਰ ਹੈ, ਕਿਉਂਕਿ ਇਹਦੇ ਕੋਲ ਪਾਵਰ ਹੈ। ਇਹਦੇ ਨਾਲ ਬੈਠਾ ਲਾਲਾ ਜਿਹੜਾ ਕਹਿੰਦਾ 24 ਘੰਟੇ 'ਚ ਕਰਾਂਗੇ, ਇਹਦੇ ਨਾਲ ਬੈਠਾ ਸੁਮੇਸ਼ ਸੈਣੀ। ਇਹ ਅਗਰ ਹੁਣ ਵੀ ਨਹੀਂ ਕਰ ਸਕਦੇ, ਜਾਂ ਤਾਂ ਰਿਜ਼ਾਈਨ ਕਰ ਦੇ ਕਿ ਬਈ ਮੈਂ ਨਹੀਂ ਕਰ ਸਕਦਾ, ਮੈਂ ਰਿਜ਼ਾਈਨ ਕਰਦਾ, ਜਾਂ ਰਿਜ਼ਾਈਨ ਕਰ ਦੇ, ਜਾਂ ਕੌਮ ਐਲਾਨ ਕਰ ਦੇ ਕਿ ਭਗਵੰਤ ਮਾਨ ਇਹ ਜ਼ਿੰਮੇਵਾਰ ਹੈ, ਮੋਰਚਾ ਖਤਮ, ਕੌਮ ਨੂੰ ਜਿੱਦਾਂ ਆਪਣਾ ਬਦਲਾ ਲੈਣਾ ਲੈ ਲੇ, ਉਹ ਜਿਹਨੂੰ ਫਿਰ ਜਿੱਦਾਂ ਬਦਲਾ ਲੈਣਾ ਲੈ ਲੇ, ਭਗਵੰਤ ਮਾਨ ਵੀ ਸੋਚ ਲਵੇ ਫਿਰ। ਮੈਂ ਤਾਂ ਇਹ ਕਹਿਣਾ ਸੀ, ਕਿਉਂਕਿ ਕਿੰਨੀ ਦੇਰ ਤੱਕ ਆਪਾਂ ਲਾਈ ਰੱਖਾਂਗੇ। ਉਹ ਸਾਲ ਹੋ ਚੱਲਿਆ ਵਿਚਾਰਾ ਉੱਥੇ ਬੈਠਾ, ਘਰ ਨਹੀਂ ਗਿਆ, ਮੀਂਹ ਹਨੇਰੀ ਉੱਥੇ ਬੈਠਾ ਰਹਿੰਦਾ, ਠੰਡ ਇੰਨੀ ਹੁੰਦੀ ਉੱਥੇ ਬੈਠਾ ਰਹਿੰਦਾ। ਕਦ ਤੱਕ ਬੈਠੇ ਰਵਾਂਗੇ ਆਪਾਂ? ਕੋਈ ਸੁਣਦਾ? ਆਹੀ ਭਗਵੰਤ ਮਾਨ, ਆਹੀ ਲਾਲਾ ਉੱਥੇ ਜਾ ਕੇ ਬੋਲ ਕੇ ਆਉਂਦਾ, ਅਸੀਂ ਜੀ ਇੰਨੇ ਟਾਈਮ 'ਚ ਤਾਂ ਅਸੀਂ ਕਰ ਦੇਵਾਂਗੇ, ਔਰ ਉਸੀ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਉਹ ਸਾਈਡ 'ਤੇ ਕਰ ਦਿੰਦਾ। ਇੱਕ ਗੱਲ ਫਿਰ ਬਈ ਇਹ ਵੀ ਦੇਖਣ ਵਾਲੀ ਹੈ, ਤੁਸੀਂ ਗੱਲ ਕੀਤੀ ਵੀ ਉਹ ਇਕੱਲਾ ਹੀ ਬੈਠਾ ਰਹਿੰਦਾ ਤੇ ਕੌਮ ਕੀ ਕਰਦੀ ਹੈ। ਉਹ ਬੰਦੇ ਦੇ ਅਸੀਂ ਦਰਦ ਨੂੰ ਕਿਸੇ ਦੇ ਨੂੰ ਸਮਝਦੇ ਨਹੀਂ। ਇਹਨਾਂ ਦਾ ਤਾਂ ਸਰਕਾਰ ਨੂੰ ਫਾਇਦਾ। ਹਾਲਾਂਕਿ ਮੋਰਚਾ ਲੱਗਿਆ, ਸਾਰੇ ਸਿੰਗਰ ਹੋ ਗਏ ਜੀ, ਉੱਥੇ ਚਲੇ ਗਏ, ਸਾਰੇ ਦਿੱਲੀ ਚਲੇ ਗਏ ਸੀਗੇ। ਕਿ ਫਿਰ ਇਹਨੂੰ ਇਹ ਸਮਝੀਏ ਬਈ ਜੱਟ ਇਹਨਾਂ ਦੇ ਪ੍ਰੋਗਰਾਮ ਲਵਾਉਂਦੇ ਆ, ਉਹ ਪ੍ਰੋਗਰਾਮ ਨਾਲ ਖੁਸ਼ ਜਾਣ, ਸਿਰਫ ਆਪਣੇ ਸਵਾਰਥ ਲਈ ਗਏ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮੁੱਦਾ ਕਿਸਾਨੀ ਮੁੱਦੇ ਨਾਲੋਂ ਛੋਟਾ ਹੈ? ਨਹੀਂ, ਇਹ ਗੱਲ ਤੁਹਾਡੀ ਸੱਚ ਹੈ। ਇਹ ਸਿਰਫ ਉੱਤੇ ਸ਼ੋਅ ਵਾਸਤੇ ਜਾਂ ਆਪਣਾ ਚਿਹਰਾ ਚਮਕਾਉਣ ਵਾਸਤੇ ਗਏ ਸੀਗੇ। ਤੁਸੀਂ ਉਦੋਂ ਕਿਸਾਨੀ ਮੋਰਚੇ ਦੇ ਉਦੋਂ ਤਕਰੀਬਨ ਸਭ ਦੀਆਂ ਹੀ ਫੋਟੋਆਂ ਵੇਖੋਗੇ, ਸਾਰੇ ਹੀ ਸਿੰਗਰਾਂ ਦੀ ਫੋਟੋ ਦੋਗੇ, ਖਾਲਸਾ ਸਾਈਡ 'ਤੇ ਸਾਰੇ ਹੀ ਪ੍ਰਸ਼ਾਦ ਵੰਡ ਰਹੇ ਸੀਗੇ ਉੱਥੇ ਖੜੇ ਹੋ ਕੇ। ਸੁਖਰਾਜ ਨਾਲ ਕੋਈ ਨਹੀਂ ਨਜ਼ਰ ਆਉਂਦਾ ਉੱਥੇ, ਕੋਈ ਨਹੀਂ ਹੈਗਾ, ਕਿਉਂਕਿ ਉੱਥੇ ਇੰਨੇ ਲਾਈਕ ਨਹੀਂ ਮਿਲਦੇ, ਇੰਨੀ ਚਿਹਰਾ ਨਹੀਂ ਚਮਕਦਾ। ਉਹ ਖਾਲਸਾ ਏਡ ਦੀਆਂ ਫੋਟੋਆਂ ਸਾਰਿਆਂ ਨੇ ਪਾਈਆਂ, ਸਭ ਦੇ ਪੇਜਾਂ 'ਤੇ ਪਈਆਂ ਹੋਈਆਂ, ਕੋਈ ਵਿਰਲਾ ਹੀ ਹੋਣਾ ਜਿਹਦੇ ਨਹੀਂ ਪਈਆਂ ਹੋਣੀਆਂ। ਜਾ ਕੇ ਉੱਥੇ ਫੜਾਉਣ ਲੱਗ ਜਾਂਦਾ, ਪਤਾ ਨਹੀਂ ਕਿੰਨੀ ਕੁ ਪਹਾੜ ਤੋੜ ਰਹੇ ਸੀਗੇ। ਸਿਰਫ ਫੋਟੋ ਇੱਕ ਜਣਾ ਵਰਤਾ ਰਿਹਾ ਹੁੰਦਾ, ਇੱਕ ਜਣਾ ਬੜਾ ਸਟਾਈਲ ਨਾਲ ਫੋਟੋ ਖਿਚਾ ਰਿਹਾ ਹੁੰਦਾ। ਹੁਣ ਇੱਥੇ ਕੋਈ ਮਰਨ ਨੂੰ ਤਿਆਰ ਨਹੀਂ ਹੈਗਾ। ਮੈਂ ਇਸੇ ਲਈ ਤਾਂ ਕਹਿਣਾ ਕਿ ਇਹ ਆਪਣੇ ਬੰਦਿਆਂ ਦਾ ਵੀ ਐਨਰਜੀ ਵੇਸਟ ਕਿਉਂ ਕਰਨੀ। ਬੋਲ ਦਿਓ ਇਸ ਨੂੰ, ਇੱਕ ਵਾਰਨਿੰਗ ਦੇ ਦਿਓ ਭਗਵੰਤ ਮਾਨ ਨੂੰ ਕਿ ਤੂੰ ਵਾਅਦੇ ਕਰਕੇ ਹੀ ਤੇ CM ਬਣਿਆ ਨਾ। ਜੇ ਤੂੰ ਵਾਅਦੇ ਪੂਰੇ ਨਹੀਂ ਕਰ ਸਕਦਾ ਤਾਂ ਸਾਈਡ 'ਤੇ ਹੋ। ਫਿਰ ਜੇ ਨਹੀਂ ਹੁੰਦਾ ਤੇ ਕੌਮ ਲੈ ਲੈ ਫਿਰ ਆਪਣੇ ਆਪ ਬਦਲਾ ਜਿੰਨੇ ਲੈਣਾ। ਜੇ ਇਹਦੇ ਕੋਲ ਮੌਕਾ ਸੀਗਾ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਦੇ ਦਿੰਦਾ ਮਿਨਿਸਟਰੀ, ਉਹਨੂੰ ਖੂੰਜੇ ਲਾਤਾ। ਕੀ ਕਾਰਨ ਮੰਨਦੇ ਹੋ ਪੰਜਾਬ 'ਚ ਬੋਰਡ ਲਵਾ ਕੇ ਉਹਦੀ ਜੁਆਇਨਿੰਗ ਕਰਵਾਈ ਜਾਂਦੀ ਹੈ, ਬਾਅਦ ਦੇ ਵਿੱਚ ਇਸ ਤਰ੍ਹਾਂ ਮਤਲਬ ਕਿ ਹੁਣ ਉਹ ਇਕੱਲਾ ਹੀ ਹਾਲੇ ਵੀ ਉਹ ਮਤਲਬ ਕਿ ਇਸ ਤਰ੍ਹਾਂ ਲੱਗਦਾ ਵੀ ਬਾਗੀ ਸਭ ਤੋਂ ਪਹਿਲਾਂ ਜੇ ਕੋਈ ਹੋਏਗਾ ਪਾਰਟੀ 'ਚ ਤਾਂ ਕੁੰਵਰ ਵਿਜੇ ਪ੍ਰਤਾਪ ਹੋਏਗਾ। ਜਿਹੜੀ ਭਗਵੰਤ ਮਾਨ ਦੀ ਸਰਕਾਰ ਬਣੀ ਉਹਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਦਾ ਸੀਗਾ ਕਿ ਯਾਰ ਇਹ ਇਮਾਨਦਾਰ ਬੰਦਾ। ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ, ਇਹ ਇਮਾਨਦਾਰ ਬੰਦਾ ਹੈ, ਇਹ ਸਿਰਫ ਬੇਅਦਬੀ ਦਾ ਹੀ ਨਹੀਂ, ਹੋਰ ਵੀ ਬੜੇ ਸਾਰੇ ਮਸਲੇ ਇਹ ਸਹੀ ਕਰੇਗਾ ਇਹ ਬੰਦਾ। ਲੇਕਿਨ ਉਹ ਬੰਦਾ ਖੂੰਜੇ ਲਾਤਾ। ਉਹਨੂੰ ਦੋਸ਼ੀ ਠਹਿਰਾਈਏ ਜਾਂ ਉਹਦਾ ਕੋਈ ਦੋਸ਼ ਨਹੀਂ ਹੈਗਾ, ਉਹ ਇੱਕ ਬਿਨਾਂ ਹਥਿਆਰਾਂ ਤੋਂ ਬੈਠਾ ਵਿਚਾਰਾ। ਉਹਦੇ ਕੋਲ ਤਾਂ ਪਾਵਰ ਹੀ ਹੈ ਨਹੀਂ ਕੁੰਵਰ ਵਿਜੇ ਪ੍ਰਤਾਪ ਜੀ ਕੋ। ਜਾਂ ਤਾਂ ਉਹਦੇ ਕੋਲ ਪਾਵਰ ਹੁੰਦੀ ਫਿਰ ਮੈਂ ਕਹਿੰਦਾ ਕਿ ਬਈ ਇਹਨੂੰ ਐਲਾਨੋ। ਜਦੋਂ ਪਾਵਰ ਜਿਸ ਬੰਦੇ ਕੋਲ ਹੈਗੀ ਹੈ, ਜਿਹੜਾ ਬੰਦਾ CM ਹੈ, ਜਿਸ ਬੰਦੇ ਨੇ ਸਾਰੀ ਮੌਜਾਂ ਲੈ ਰਿਹਾ, ਜਿਹੜੀ ਉਸ ਦੇ ਪਰਿਵਾਰ ਦੇ ਲੋਕ 1-1 ਕਰੋੜ ਰੁਪਏ ਲੈ ਕੇ ਰਿਬਨ ਕੱਟਦੇ ਪਏ ਨੇ, ਤੇ ਉਹ ਉਸੇ ਨੂੰ ਹੀ ਪੁੱਛਣਾ ਨਾ ਆਪਾਂ। ਉਹਦੇ ਕੋਲ ਪਾਵਰ ਹੈ, ਉਸੇ ਨੇ ਵਾਅਦਾ ਕੀਤਾ। ਜਾਂ ਤਾਂ ਉਹ ਛੱਡ ਦੇ, ਜਾਂ ਤਾਂ ਉਹ ਸਾਈਡ 'ਤੇ ਹੋ ਜਾਏ ਕਿ ਯਾਰ ਮੈਂ ਇਹ ਇਨਸਾਫ ਨਹੀਂ ਕਰ ਸਕਿਆ, ਮੈਂ ਮਾਫੀ ਮੰਗਦਾ, ਇਹ ਮੇਰਾ ਰੈਜ਼ਿਗਨੇਸ਼ਨ, ਮੈਂ ਪਿੱਛੇ ਹਟਦਾ। ਸੋ ਇਹ ਸੀ ਬਾਈ ਦਲਜੀਤ ਕਲਸੀ, ਜਿਨ੍ਹਾਂ ਦੇ ਵੱਲੋਂ ਧਰਮ ਪਰਿਵਰਤਨ ਮਸਲੇ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਜਿਹੜੀ ਹੋਈ ਆ ਉਹਦਾ ਹੁਣ ਤੱਕ ਇਨਸਾਫ ਕਿਉਂ ਨਹੀਂ ਮਿਲਿਆ, ਉਹਨਾਂ ਗੱਲਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ। ਔਰ ਵੱਡੇ ਦੋਸ਼ ਜਿਹੜੇ ਹੈਗੇ ਆ, ਦਾਅਵਾ ਕੀਤਾ ਇਹਨਾਂ ਨੇ ਵੀ ਇਹ ਜਾਣਦੇ ਨੇ ਸਾਰੀ ਘਟਨਾ। ਇੰਦਰਜੀਤ ਨਿੱਕੂ ਦੇ ਉੱਤੇ ਜਿਹੜੀ ਗੱਲ ਇਹਨਾਂ ਨੇ ਬਹੁਤ ਵੱਡੀ ਕੀਤੀ ਆ, ਅਸੀਂ ਉਮੀਦ ਕਰਦੇ ਹਾਂ ਵੀ ਇੰਦਰਜੀਤ ਨਿੱਕੂ ਜ਼ਰੂਰ ਇਸ ਦੇ ਬਾਰੇ ਸਪਸ਼ਟੀਕਰਨ ਜ਼ਰੂਰ ਦੇਣਗੇ ਵੀ ਇਹ ਘਟਨਾ ਕਿਵੇਂ ਹੋਈ ਸੀ, ਉਹ ਕੀ ਸੀਗਾ। ਹਾਲੇ ਤੱਕ ਅਸੀਂ ਇਹਨਾਂ ਦੇ ਦੋਸ਼ ਜਿਹੜੇ ਹੈਗੇ ਆ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਵੀ ਉਹ ਜਿਹੜੀ ਵੀ ਗਲਤ ਉਹਦੇ ਵਿੱਚ ਫੜੇ ਗਏ, ਪਰ ਅਸੀਂ ਉਹਨਾਂ ਦੇ ਸਪਸ਼ਟੀਕਰਨ ਦਾ ਇੰਤਜ਼ਾਰ ਜ਼ਰੂਰ ਕਰਦੇ ਹਾਂ। ਪਰ ਇਹਨਾਂ ਦਾ ਦਾਅਵਾ ਇਹ ਹੈ ਵੀ ਬਹੁਤ ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਇੰਦਰਜੀਤ ਨਿੱਕੂ ਫੜੇ ਗਏ ਸੀਗੇ ਔਰ ਮਸੀਂ ਉੱਥੋਂ ਬਚਾਏ ਸੀਗੇ। ਪਰ ਇਸ ਮਾਮਲੇ ਦੇ ਉੱਤੇ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਵੀ, ਕਿਉਂਕਿ ਇਲਜ਼ਾਮ ਬਾਏ ਨੇਮ ਹੈ, ਵੀ ਇਹਦੇ ਉੱਤੇ ਸਪਸ਼ਟੀਕਰਨ ਲੈਣ ਦੀ ਕੋਸ਼ਿਸ਼ ਕਰੀਏ। ਪਰ ਜੇਕਰ ਨਿੱਕੂ ਬੋਲਦੇ ਨੇ ਇਹਦੇ ਉੱਤੇ ਤਾਂ ਬੋਲਣਗੇ ਕਿ ਉਹ ਵੀ ਵੇਖਣ ਵਾਲੀ ਗੱਲ ਹੋਵੇਗੀ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।